ਅੱਜ ਆਪਾਂ 523 ਅੰਗ ਤੋਂ 523 ਰਾਗ ਗੁਜਰੀ ਦੇ ਵਿੱਚ ਜਿਹੜੀ ਵਾਰ ਹੈਗੀ ਪੰਜਵੇਂ ਪਾਤਸ਼ਾਹੀ ਦੀ ਉਹਦੀ 19ਵੀਂ ਪੌੜੀ ਆਪਾਂ ਲੈ ਰਹੇ ਹਾਂ। 18 ਹੋ ਗਈਆਂ। ਮਹਾਰਾਜ ਮਿਹਰ ਕਰਨ। ਸ਼ਲੋਕ ਜਿਹੜਾ ਹੈਗਾ ਪੰਜਵੀਂ ਪਾਤਸ਼ਾਹੀ ਦਾ ਸ਼ਲੋਕ ਮਹਲਾ ਪੰਜਵਾਂ। ਜੀਵਨ ਦਿਆ ਨਾ ਚੇਤਿਓ ਮੂਆ ਰਲੰਦੜੋ ਖਾਕ। ਜੇ ਮਨੁੱਖੀ ਜੂਨ ਦੇ ਵਿੱਚ ਆਪਾਂ ਆਪਣੀ ਆਤਮਾ ਨੂੰ ਨਹੀਂ ਚੇਤਦੇ, ਪਰਮਾਤਮਾ ਨੂੰ ਨਹੀਂ ਚੇਤਦੇ, ਜੇ ਆਤਮਾ ਵੱਲ ਨੂੰ ਯਾਤਰਾ ਨਹੀਂ ਕਰਦੇ, ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ, ਆਪਣੇ ਆਪ ਨੂੰ ਨਹੀਂ ਬੁੱਝਦੇ ਮਨੁੱਖੀ ਸਰੀਰ ਦੇ ਵਿੱਚ, ਮਨੁੱਖੀ ਜੂਨ ਦੇ ਵਿੱਚ, ਤੇ ਭਾਈ ਇਹ ਸਰੀਰ ਹਮੇਸ਼ਾ ਰਹਿਣ ਵਾਲਾ ਨਹੀਂ ਹੈਗਾ। ਮੂਆ ਰਲੰਦੜੋ ਖਾਕ। ਕਹਿੰਦੇ ਕੋਈ ਵੀ ਕੰਮ ਨਹੀਂ ਕੀਤਾ, ਕੋਈ ਆਊਟਪੁੱਟ ਨਹੀਂ ਹੈ ਜੀਵਨ ਦੀ। ਸਰੀਰ ਮਿਲਿਆ ਸੀ, ਮਨੁੱਖੀ ਜੂਨ ਮਿਲੀ ਸੀਗੀ, ਇੰਨੀ ਕੀਮਤੀ, ਇੰਨੀ ਰੇਅਰ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਕੌਡੀ ਦੇ ਭਾਅ ਦੇ ਵਿੱਚ ਗਵਾ ਦਿੱਤਾ। ਖਾਕ ਰਲ ਗਿਆ ਮਿੱਟੀ ਦੇ ਵਿੱਚ। ਇਹ ਪੰਜਾਂ ਤੱਤਾਂ ਦਾ ਸਰੀਰ ਸੀਗਾ, ਮਿੱਟੀ 'ਚ ਰਲ ਗਿਆ। ਔਰ ਜਿਹੜਾ ਜੀਵ ਹੈਗਾ ਉਹ ਜਿਹੜਾ ਹੈਗਾ ਚੱਲ ਪਿਆ ਫਿਰ ਅਨੰਤ ਯਾਤਰਾ ਦੇ ਉੱਤੇ। ਅੱਗੇ ਜਿਹੜਾ ਹੈਗਾ ਜੋ ਕਾਰਨ ਸਰੀਰ ਜੋ ਬੀਜਿਆ ਆ ਉਹਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਅਗਲੀਆਂ ਜੂਨਾਂ ਦੇ ਵਿੱਚ। ਜੀਵਦਿਆਂ ਨਾ ਚੇਤਿਓ ਮੂਆ ਰਲੰਦੜੋ ਖਾਕ। ਨਾਨਕ ਦੁਨੀਆ ਸੰਗੇ ਗੁਦਾਰਿਆ ਸਾਕਤ ਮੂੜ ਨਾ ਪਾਕ। ਕਹਿੰਦੇ ਐਸਾ ਸਾਕਤ ਇਨਸਾਨ ਹੈਗਾ, ਐਸਾ ਮੂੜ ਹੈਗਾ, ਸਮਝਦਾ ਹੀ ਨਹੀਂ ਹੈ, ਸੱਚ ਨੂੰ ਜਾਣਨਾ ਹੀ ਨਹੀਂ ਚਾਹੁੰਦਾ, ਨਾਪਾਕ ਹੈਗਾ, ਅਪਵਿੱਤਰ ਹੈਗਾ। ਇਹ ਭੈੜੀਆਂ ਆਦਤਾਂ ਹੈਗੀਆਂ। ਗੰਦਗੀ ਦੇ ਵਿੱਚ ਰਹਿਣਾ ਪਸੰਦ ਕਰਦਾ ਹੈ। ਇਹ ਵਿਸ਼ੇ ਵਿਕਾਰਾਂ ਦੀ ਗੰਦਗੀ ਦੇ ਵਿੱਚ, ਦੁਨੀਆ ਦੇ ਵਿੱਚ ਜੋ ਚੋਗਾ, ਜੋ ਪਦਾਰਥ, ਜੋ ਸਵਾਦ ਪਏ ਆ, ਬਸ ਉਹਨਾਂ ਦੇ ਵਿੱਚ ਹੀ ਜੀਵਨ ਗੁਜ਼ਾਰ ਦਿੱਤਾ। ਗੁਜ਼ਾਰਿਆ ਮਤਲਬ ਗੁਜ਼ਾਰ ਦਿੱਤਾ। ਨਾਨਕ ਦੁਨੀਆ ਸੰਗ, ਦੁਨੀਆ ਦੇ ਨਾਲ, ਦੁਨੀਆ ਦੇ ਵਿੱਚ ਜੋ ਮਾਲਕ ਨੇ ਜਿਹੜਾ ਹੈਗਾ, ਇਹ ਦੁਨੀਆ ਦੇ ਵਿੱਚ ਜੋ ਸਵਾਦ, ਜੋ ਚੋਗਾ ਖਿਲਾ ਰਿਹਾ ਹੈ, ਇਹਦੇ ਵਿੱਚ ਹੀ ਜਿਹੜਾ ਹੈਗਾ ਮੋਹ ਮਾਇਆ ਦੇ ਵਿੱਚ ਮਨੁੱਖੀ ਜੂਨ ਆਪਣੀ ਗੁਜ਼ਾਰ ਦਿੱਤੀ। ਸਾਕਤ ਨੇ ਰੱਬ ਤੋਂ ਟੁੱਟਾ ਹੀ ਰਿਹਾ। ਮੂੜ ਹੈਗਾ, ਮੂੜ ਮਤੀਆ ਹੈਗਾ, ਬੁੱਧੀ ਨਹੀਂ ਹੈਗੀ। ਨਾਪਾਕ, ਅਪਵਿੱਤਰ ਪਹਿਲਾਂ ਵੀ ਸੀਗਾ, ਹੁਣ ਵੀ ਜਿਹੜਾ ਹੈਗਾ ਅਪਵਿੱਤਰ ਹੀ ਰਹਿ ਗਿਆ। ਹਾਂਜੀ ਸੁਖਵਿੰਦਰ ਜੀ। ਹਾਂਜੀ ਵੀਰ ਜੀ, ਗੁਰਬਾਣੀ ਚ ਤੂੰ ਕਹਿੰਦੇ ਚੇਤਨਾ ਹੈ ਤੂੰ ਚੇਤ ਲੈ, ਨਿਸ ਦਿਨ ਤੂੰ ਪ੍ਰਾਣੀ, ਨਿਸ ਦਿਨ ਚਿਨੌਤ ਵਿਆਤ ਹੈ ਟੇ ਘਟ ਜਿਉ ਪਾਣੀ। ਚੇਤਨਾ ਹੈ तो चेत ले, निस दिन मैं प्राणी। ਨਿਸ ਦਿਨ ਮੈਂ ਪ੍ਰਾਣੀ। ਹਾਂਜੀ ਜੀ ਜੀ ਮੈਂ ਪ੍ਰਾਣੀ। ਚਲੋ ਉਹੀ ਦੇਖੋ, ਇਹੀ ਇਹਦੇ ਚ ਤਕੀਦ ਹੈ ਸਾਨੂੰ ਕਿ ਵੀ ਉਹ ਜੇ ਤੁਸੀਂ ਨਹੀਂ ਚੇਤੋਗੇ ਤਾਂ ਹੁੰਦਾ ਕੀ ਹੈ। ਨਹੀਂ ਉਹਦੀ ਭਗਤੀ ਕਰੋਗੇ, ਨਿਰਵਿਚਾਰ ਨਹੀਂ ਬੈਠੋਗੇ, ਮਾਲਕ ਦੇ ਨਾਲ ਨਹੀਂ ਜੁੜੋਗੇ, ਤਾਂ ਫਿਰ ਉਹ ਕੀ ਹੈ, ਮਿੱਟੀ 'ਚ ਰੁਲ ਜਾਣਾ। ਫਿਰ ਬਾਰ-ਬਾਰ ਦਾ ਖੇਡ ਹੈ, ਉਹ ਆਈ ਜਾਓ ਜਾਈ ਜਾਓ, ਮਿੱਟੀ ਮਿੱਟੀ ਹੋਈ ਜਾਣਾ, ਬਾਰ-ਬਾਰ ਆਈ ਜਾਣਾ। ਤੇ ਉਹ ਹੈ ਕੀ ਕਰ ਕੀ ਰਹੇ ਆ ਆਪਾਂ? ਬਸ ਮੂਡ ਹੈਗੇ, ਗਵਾਰ ਹੈਗੇ ਆ। ਗਵਾਰ ਵੀ ਜਿਹੜੇ ਗਵਾ ਕੇ ਚਲੇ ਜਾਣਾ, ਜਿਨ੍ਹਾਂ ਨੇ ਇੱਥੋਂ और जी सुखविंदर जी आप आई जा रहे हैं जाई जा रहे हैं, मतलब मनुखी जून नहीं मिलनी। ये आई जा रहे जाई जा रहे, दूजे जूना च आई जा रहे हैं जाई जा रहे हो जाना। बस पता नहीं ना जी, ਉਹ ਘੁੰਮ ਰਹੀਆਂ ਖੂਦੀਆਂ ਟਿੰਡਾ ਵਾਂਗੂ। ਉੱਪਰੋਂ ਪਾਣੀ ਫਿਰ ਉਹ ਥੱਲੇ ਉਹ ਪਤਾ ਨਹੀਂ ਕਿੰਨੀ 84 ਲੱਖ ਹੈਗੀਆਂ ਉਹ। ਕੀ ਪਤਾ ਸਾਨੂੰ ਕਿੱਥੇ ਡਿੱਗਣਾ ਅਸੀਂ। ਪੌੜੀ ਦੇ ਜਿਵੇਂ ਤੁਸੀਂ ਕਹਿੰਦੇ ਹੁੰਦੇ ਕਿ ਪੌੜੀ ਦੇ ਲਾਸਟ ਟਿੰਡੇ ਤੇ ਖੜੇ ਆ, ਜਿੱਥੋਂ ਉੱਪਰ ਜਾ ਸਕਦੇ ਸੀ, ਤੇ ਜੇ ਤਿਲਕੇ ਤੇ ਪਤਾ ਨਹੀਂ ਨਾ ਕਿੱਥੇ ਜਾ ਕੇ ਡਿੱਗਣਾ। ਬਿਲਕੁਲ ਬਿਲਕੁਲ ਉਹੀ ਤੁਹਾਡੇ ਵਾਲੀ ਗੱਲ ਜੋ ਗੁਰਬਾਣੀ ਦੇ ਵਿੱਚੋਂ ਤੁਸੀਂ ਗੱਲ ਕਰਦੇ ਹੋ ਕਿ ਵੀ ਉਹ ਜੇ ਡੰਡੇ ਤੋਂ ਤਿਲਕੇ, ਇਹ ਨਹੀਂ ਪਤਾ ਨਾ ਤੂੰ ਹਾਥੀ ਦੀ ਜੂਨ ਚ ਵਾਪਸ ਜਿਹੇ ਜੇ ਤੇਰੇ ਮਤਲਬ ਤੇਰੇ ਅੰਦਰ ਵਿਸ਼ੇ ਵਿਕਾਰ ਪੈਂਡਿੰਗ ਨੇ, ਵਾਸਨਾਵਾਂ ਪੈਂਡਿੰਗ ਨੇ,
ਉਹ ਜੀ ਜੂਨ ਮਿਲ ਜਾਣੀ ਹੈ। ਬਿਲਕੁਲ, ਜਿਹੜੇ ਵੇਗ ਨਾਲ ਆਪਾਂ ਫਿਸਲ ਰਹੇ ਆ ਉਸੇ ਵੇਗ ਨਾਲ ਜਾਵਾਂਗੇ ਨਾ ਅੱਗੇ। ਉਹ ਤਾਂ ਕਹਿੰਦਾ ਵੀ ਜੋ ਤੇਰੀ ਇੱਛਾ ਹੈ ਤੈਨੂੰ ਉਹੀ ਮਿਲ ਜਾਣਾ, ਕਿਉਂਕਿ ਚੰਗਿਆਈਆਂ ਬੁਰਾਈਆਂ ਬਾਚੇ ਧਰਮ ਤੋਂ। ਉਹ ਤਾਂ ਖੇਡ ਹੀ ਐਸੀ ਹੈ। ਬਿਲਕੁਲ। ਤੇ ਮੁਕਤੀ ਦਾ ਫਿਰ ਤਾਂ ਹੀ ਹੈ ਜੇ ਤੁਸੀਂ ਜਿਉਂਦੇ ਜੀ ਇਸ ਚ ਸਾਰਾ ਤੁਸੀਂ ਕਰੋਗੇ। ਕਿਉਂ ਅਸੀਂ ਤਾਂ ਦੁਨੀਆ ਸੰਗ ਗੁਜ਼ਾਰੀ ਜਾਂਦੇ, ਜਿਵੇਂ ਦੁਨੀਆ ਚੱਲੀ ਜਾਂਦੀ ਭੇਡ ਚਾਲ, ਭੀੜ ਦੇ ਵਿੱਚ ਅਸੀਂ ਜੋ ਭੀੜ ਕਰ ਰਹੀ ਅਸੀਂ ਉਹ ਕਰ ਰਹੇ ਹਾਂ। ਬਿਲਕੁਲ। ਇਸ ਕਰਕੇ ਸਾਖਤ ਹੈਗੇ ਅਸੀਂ ਟੁੱਟੇ ਹੋਏ ਆ ਰੱਬ ਤੋਂ, ਹੈਨਾ ਜੀ। ਸਾਖਤ ਜਿਹੜਾ ਟੁੱਟਿਆ ਹੋਇਆ ਰੱਬ ਨੂੰ, ਉਹ ਮੂੜ ਹੈਗਾ, ਉਹ ਨਪਾਕ ਹੈਗਾ, ਗੰਦਾ। ਨਪਾਕ ਪਾਕ ਹੁੰਦਾ ਪਵਿੱਤਰ, ਨਪਾਕ ਮਤਲਬ ਗੰਦਾ। ਤੇ ਉਹ ਇਹ ਸਾਰਾ ਸਾਨੂੰ ਇਹੀ ਵਾਰ-ਵਾਰ ਸਾਨੂੰ ਅਲਰਟ ਤਾਂ ਸਾਨੂੰ ਹੀ ਕਰ ਰਹੇ, ਉਹ ਤਾਂ ਨਿਕਲ ਗਏ, ਉਹ ਤਾਂ ਸਾਨੂੰ ਅਲਰਟ ਕਰਕੇ ਗਏ ਨੇ ਵੀ ਭਾਈ ਨਿਕਲਣਾ ਤਾਂ ਆਹ ਕੰਮ ਕਰ ਲਓ। ਬਿਲਕੁਲ। ਜਿਹੜਾ ਹੈਗਾ ਦੇਖੋ ਦੋ ਤਰੀਕੇ ਨਾਲ ਆਪਾਂ ਜੀਵਨ ਬਤੀਤ ਕਰ ਸਕਦੇ ਹਾਂ ਆਪਣਾ। ਇੱਕ ਜਿਹੜਾ ਹੈਗਾ ਆਪਾਂ ਮਾਇਆ ਦੇ ਵਿੱਚ, ਸਵਾਦਾਂ ਦੇ ਵਿੱਚ, ਜਿਵੇਂ ਆ ਮਹਾਰਾਜ ਨੇ ਦੱਸਿਆ ਵੀ ਭਗਤੀ ਬਿਲਕੁਲ ਨਾ ਕਰੀਏ, ਰੱਬ ਨੂੰ, ਆਤਮਾ ਨੂੰ ਬਿਲਕੁਲ ਆਤਮਾ ਦਾ ਆਪਾਂ ਧਿਆਨ ਹੀ ਨਾ ਕਰੀਏ। ਤੇ ਦੂਸਰਾ ਤਰੀਕਾ ਹੈਗਾ ਵੀ ਆਪਾਂ ਤੇ ਆਤਮਾ ਵੱਲ ਨੂੰ ਜਿਹੜਾ ਹੈਗਾ ਉਹਨੂੰ ਸਵਾਸ ਦਈਏ ਆਤਮਾ ਵੱਲ ਨੂੰ, ਔਰ ਜਿੱਤੀਏ ਇਸ ਗੇਮ ਨੂੰ। ਹਾਂਜੀ ਠੀਕ ਹੈ, ਬਿਲਕੁਲ ਜੀ। ਇਹੀ ਸਾਨੂੰ, ਉਹ ਤਾਂ ਹੀ ਸਾਨੂੰ ਅਲਰਟ ਵਾਰ-ਵਾਰ ਦੇਖੋ ਸਾਰੀ ਬਾਣੀ ਜਿੱਥੇ ਮਰਜ਼ੀ ਤੁਕ ਫੜ ਲਓ, ਉਹ ਸਾਨੂੰ ਚੇਤਨ ਦੀ ਗੱਲ ਕਰ ਰਿਹਾ ਵੀ ਉਹ ਤੂੰ ਜਿਹਨੂੰ ਭੁੱਲਿਆ ਫਿਰਦਾ ਹੈ ਉਹ ਤੇਰੇ ਦੂਰ ਨਹੀਂ, ਰੱਬ ਤੇ ਤੋਂ ਵੱਖ ਨਹੀਂ, ਤੇ ਤੇਰੀ ਵੇਖਣ ਵਾਲੀ ਅੱਖ ਨਹੀਂ। ਤੇ ਉਹ ਤੂੰ ਵੇਖ, ਕੋਸ਼ਿਸ਼ ਕਰ, ਬੈਠ, ਇੱਛਾ ਤਾਂ ਕਰ ਘੱਟੋ ਘੱਟ, ਮੋੜ ਘੱਟ। ਹਾਂਜੀ ਜੀ। ਅੱਗੇ ਅਗਲਾ ਸ਼ਲੋਕ ਆ ਗਿਆ, ਉਹ ਦੱਸਦਾ ਹੈ ਭਾਈ ਜਿਨ੍ਹਾਂ ਨੇ ਭਗਤੀ ਕੀਤੀ, ਮਹੱਲਾ ਪੰਜਵਾਂ, ਜੀਵਨ ਦਿਆਂ ਹਰ ਚੇਤਿਆ, ਮਰਨਦਿਆਂ ਹਰ ਰੰਗ ਲਓ। ਕਹਿੰਦੇ ਜੀਵਦਿਆਂ ਵੀ ਮਾਲਕ ਦੇ ਨਾਲ ਪਰਮੇਸ਼ਰ ਨੂੰ ਚੇਤੇ ਰੱਖਿਆ, ਔਰ ਮਰਨ ਵੇਲੇ ਵੀ ਜਿਹੜਾ ਹੈਗਾ ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਹੈ, ਮਾਲਕ ਦਾ ਸਾਥ ਮਾਣ ਰਿਹਾ ਹੈ ਆਤਮ ਤਲ ਤੇ। ਜੀਵਦਿਆਂ ਹਰ ਚੇਤਿਆ, ਮਰਨਦਿਆਂ ਹਰ ਰੰਗ, ਜਨਮ ਪਦਾਰਥ ਤਾਰਿਆ, ਨਾਨਕ ਸਾਧੂ ਸੰਗ। ਕਹਿੰਦੇ ਜਨਮ ਪਦਾਰਥ ਲਿਆ ਸੀਗਾ ਇਸਨੇ, ਰੇਅਰ ਮਨੁੱਖੀ ਜੂਨ ਜਿਹੜੀ ਹੈ ਮਿਲੀ ਸੀਗੀ ਇਹਨੂੰ, ਤੇ ਉਹਨੇ ਆਪਣੀ ਮਨੁੱਖੀ ਜੂਨ ਜਿਹੜੀ ਹੈਗੀ ਉਹ ਭੁਨਾ ਲਈ, ਕਨਵਰਟ ਕਰ ਲਈ ਭਾਈ। ਜਨਮ ਪਦਾਰਥ ਜਿਹੜਾ ਹੈ ਸਫਲ ਕਰ ਲਿਆ ਆਪਣਾ, ਗਵਾਇਆ ਨਹੀਂ, ਕਿਉਂਕਿ ਉਹਨੂੰ ਜਿਹੜਾ ਹੈਗਾ ਸਾਧੂ ਦੀ ਸੰਗਤ ਮਿਲ ਗਈ ਭਾਈ, ਬ੍ਰਹਮ ਗਿਆਨੀਆਂ ਦੀ ਸੰਗਤ ਮਿਲ ਗਈ, ਗੁਰੂ ਦੀ ਸੰਗਤ, ਸਤਿਗੁਰੂ ਦੀ ਸੰਗਤ ਮਿਲ ਗਈ, ਵਿਵੇਕ ਬੁੱਧੀ ਆ ਗਈ ਉਹਦੇ ਅੰਦਰ, ਉਹਨੂੰ ਸੱਚ ਔਰ ਝੂਠ ਦੀ ਜਿਹੜੀ ਹੈਗੀ ਆ ਉਹਨੂੰ ਪਰਖ ਆ ਗਈ, ਉਹ ਮੂੜ ਮਤੀਆ ਨਹੀਂ ਰਿਹਾ। ਹਾਂਜੀ ਸੁਖਵਿੰਦਰ ਜੀ। ਹਾਂਜੀ ਬਿਲਕੁਲ ਜੀ। ਉਹ ਕਿਉਂਕਿ ਜਦੋਂ ਫਿਰ ਭਗਤੀ ਕਰਨ ਲੱਗ ਗਏ, ਫਿਰ ਤਾਂ ਕਹਿੰਦੇ ਜੀ ਉਹ ਫਿਰ ਤਾਂ ਤੁਸੀਂ ਉਹਦੇ ਚ ਜਿਉਂਦੇ ਉਹਨੂੰ ਚੇਤਦੇ ਰਹੇ, ਜਿੰਨਾ ਚਿਰ ਜਿਉਂਦੇ ਰਹੇ ਚੇਤਦੇ ਰਹੇ, ਤੇ ਮਰਨ ਵੇਲੇ ਤੱਕ ਵੀ ਫਿਰ ਉਹਦੇ ਚ ਪਿਆਰ ਚ ਤੁਸੀਂ ਗਏ, ਤੇ ਉਹ ਮਰ ਕੇ ਵੀ ਉਹਦੇ ਅੰਦਰ ਹੀ ਸਮਾ ਗਏ, ਮੁਕਤ ਹੋ ਗਏ ਨਾ। ਬਿਲਕੁਲ। ਤੇ ਉਹ ਇਹ ਜਿਹੜਾ ਉਹ ਜਨਮ ਸਾਨੂੰ ਮਿਲਿਆ ਸੀ ਉਹਨੂੰ ਉਹਨਾਂ ਨੇ ਸਫਲ ਕਰ ਲਿਆ। ਜਿਹਨੇ ਵੀ ਇਸ ਦੀ ਮਤਲਬ ਮਾਲਕ ਦੀ ਭਗਤੀ ਕੀਤੀ ਉਹਨੂੰ ਸਫਲ ਕਰ ਲਿਆ, ਮੀਤ ਬਾਜੀ ਜਿੱਤ ਗਏ। ਇਹ ਜਿਹੜਾ ਭੇਦ ਸੀ ਉਹ ਬੁੱਝ ਗਏ, ਮਾਲਕ ਨੇ ਜੋ ਖੇਡ ਪਾਇਆ ਸੀ ਉਹਨੂੰ ਸਮਝ ਗਏ। ਉਹ ਮਨ ਨੂੰ ਨਾਲ ਦੇਖਦੇ ਰਹੇ, ਤੇ ਨਾ ਭਗਤੀ ਦੇ ਵਿੱਚ ਵੀ ਇਹ ਕਰ ਕੀ ਰਿਹਾ, ਆਪਣੇ ਆਪ ਨੂੰ ਦੇਖ ਲਿਆ ਉਹਨਾਂ ਨੇ ਕਿ ਮੈਂ ਕੌਣ, ਮੈਂ ਕੀ ਕਰਨ ਆਇਆ ਸੀ, ਤੇ ਉਹ ਬਾਜੀ ਜਿੱਤ ਗਏ। ਉਹ ਹੋਇਆ ਕਿੱਦਾਂ? ਸਾਧਨਾ ਕਰਨ ਵਾਲਿਆਂ ਦੇ ਨਾਲ ਬੈਠਦੇ ਰਹੇ, ਉਹ ਉੱਥੋਂ ਕੁਛ ਨਾ ਕੁਛ ਆਉਂਦਾ ਰਿਹਾ। ਜਿਵੇਂ ਉਹ ਨਿਕਲੇ, ਉਹ ਸਾਨੂੰ ਜਿਵੇਂ ਆ ਦੇਖੋ ਗੁਰੂ ਸਾਹਿਬ ਆਪ ਤਾਂ ਨਿਕਲੇ ਹੋਏ ਨੇ, ਸਾਨੂੰ ਹੀ ਦੱਸ ਰਹੇ ਨੇ ਵੀ ਏਦਾਂ ਹੋਣਾ ਹੈ, ਤੁਸੀਂ ਸੰਗਤ ਚ ਰਹੋ, ਉੱਥੇ ਵਾਈਬ੍ਰੇਸ਼ਨਸ ਤੁਹਾਨੂੰ ਏਦਾਂ ਦੀਆਂ ਮਿਲਣਗੀਆਂ ਜਿਹੜੇ ਤੈਨੂੰ ਖਿੱਚ ਕੇ ਲੈ ਜਾਣਗੀਆਂ। ਬਿਲਕੁਲ। ਲੱਗਿਆ ਰਹੀ ਸੰਗਤ ਵੀ ਜਿਹੜੀ ਹੈ ਨਾ, ਬਾਣੀ ਜਿਹੜੀ ਸੰਗਤ ਕਹਿੰਦੀ ਹੈ, ਜਿੱਥੇ ਗੁਰੂ ਹੈਗਾ ਉੱਥੇ ਸੰਗਤ ਹੈਗੀ ਆ, ਜਿੱਥੇ ਗੁਰੂ ਹੈਗਾ, ਜਿੱਥੇ ਬ੍ਰਹਮ ਗਿਆਨ ਹੈਗਾ ਉਹੀ ਸੰਗਤ ਹੈਗੀ ਭਾਈ, ਉਹੀ ਸਾਧੂ ਆ, ਉਹਨੂੰ ਸੰਗਤ ਕਹਿੰਦੇ ਆ ਭਾਈ। ਹਾਂਜੀ। ਉਹ ਜਿੱਥੇ ਉਹਦੇ ਨਾਮ ਦੀ ਜਿੱਥੇ ਉਹਦਾ ਨਾਮ ਜਪਿਆ ਜਾ ਰਿਹਾ, ਜਿੱਥੇ ਉਹਨੂੰ ਯਾਦ ਕੀਤਾ ਜਾ ਰਿਹਾ ਹੈ, ਉਹ ਚਾਹੇ ਉਹ ਸਮੂਹਿਕ ਰੂਪ ਚ ਹੈ, ਚਾਹੇ ਉਹ ਇਕੱਲੇ ਰੂਪ ਚ ਹੈ, ਪਰ ਉਹ ਸਮੂਹਿਕ ਰੂਪ ਚ ਫਾਇਦਾ ਕਿ ਉਹ ਕੰਬਾਈਨ ਹੋ ਜਾਂਦੀ ਹੈ ਉਹ ਸਾਰੀ ਜਿਹੜੀ ਖੇਡ ਹੈ। ਦੇਖੋ ਉਹ ਮਾਲਕ ਫਿਰ ਆਪ ਹੀ ਵਰਤਦਾ ਉੱਥੇ, ਬਿਲਕੁਲ। ਉਹ ਇਸ ਕਰਕੇ ਇਹਨੂੰ ਉਹ ਕਹਿੰਦੇ ਵੀ ਫਿਰ ਇਹ ਜਨਮ ਪਦਾਰਥ ਫਿਰ ਉਹ ਤਰ ਗਿਆ, ਬਸ ਉਹ ਮਤਲਬ
ਇਸ ਜਿਹੜਾ ਸੰਸਾਰ ਸਮੁੰਦਰ ਸੀ ਇਹਦੀਆਂ ਛੱਲਾਂ 'ਚ ਡੁੱਬਿਆ ਨਹੀਂ, ਉਹ ਥੱਲੇ ਜਾ ਕੇ ਮਤਲਬ ਤੇ ਉਤੋਂ ਤਰ ਗਿਆ, ਬਸ ਉਹ ਨਿਕਲ ਗਿਆ। ਤੇ ਉਹਨੇ ਆਪਣੀ ਜਿਹੜੀ ਜੀਵਨ ਅਮੋਲਕ ਰੂਪ ਦੇਖੋ, ਪ੍ਰਮਾਤਮਾ ਨੇ ਕਿੱਡਾ ਵੱਡਾ ਸਾਨੂੰ ਇਹ ਦਾਨ 'ਚ ਮਿਲਿਆ ਹੋਇਆ ਜਿਹੜਾ ਜਨਮ ਹੈ ਉਹ ਸਫਲ ਕਰ ਲਿਆ ਉਹਨਾਂ ਨੇ। ਹਾਂਜੀ, ਅੱਗੇ ਪੌੜੀ ਆ ਗਈ ਜੀ। ਪੌੜੀ ਆਦਿ ਜੁਗਾਦੀ ਆਪ ਰੱਖਣ ਵਾਲਿਆ। ਕਹਿੰਦੇ ਉਹ ਮਾਲਕ ਪਰਮਾਤਮਾ ਆਦਿ ਤੋਂ, ਜੁਗਾਂ ਦੇ ਵੀ ਆਦਿ ਤੋਂ ਆਪ ਹੀ ਜਿਹੜਾ ਹੈਗਾ ਰੱਖਣ ਵਾਲਾ ਹੈ ਭਾਈ। ਉਹ ਮਾਲਕ ਪਰਮਾਤਮਾ ਉਸੇ ਨੇ ਰੱਖਣਾ ਹੈ, ਉਸੇ ਨੇ ਜਿਹੜੀ ਹੈਗੀ ਆ ਇਹ ਜਿਹੜੀ ਮਾਇਆ ਦਾ ਜਿਹੜਾ ਹੈਗਾ ਘੁੰਮਣ ਘੇਰੀ ਹੈਗੀ, ਜਿਹੜੀ ਇਹ ਵਰਲਪੂਲ ਜਿਹੜਾ ਚੱਲ ਰਿਹਾ ਹੈ ਜੂਨਾਂ ਦਾ, ਇਸ ਚੋਂ ਰੱਖਣ ਵਾਲਾ ਉਹੀ ਮਾਲਕ ਪਰਮਾਤਮਾ ਹੈਗਾ। ਉਸੇ ਨੇ ਜਿਹੜਾ ਹੈਗਾ ਇਹ ਨਿਯਮ ਬਣਾਇਆ, ਇਹ ਮਾਇਆ, ਇਹਨਾਂ ਦਾ ਮਾਇਆ ਸਵਾਦਾਂ ਦਾ ਜਿਹੜਾ ਹੈਗਾ ਇੱਕ ਇਹ ਚੋਗਾ ਸੁੱਟਿਆ ਹੈ ਮਾਲਕ ਪਰਮਾਤਮਾ ਨੇ, ਔਰ ਉਹਦੇ 'ਚ ਫਸ ਕੇ ਆਪਾਂ ਜਿਹੜੇ ਹੈਗੇ ਆ ਇਹ ਜੂਨਾਂ ਦੇ ਵਿੱਚ ਪੈ ਜਾਂਦੇ ਆ। ਔਰ ਉਸ ਚੋਂ ਕੱਢਣ ਦਾ ਜਿਹੜਾ ਹੈਗਾ, ਨਿਕਲਣ ਦਾ ਰਸਤਾ ਵੀ ਉਸੇ ਮਾਲਕ ਪਰਮਾਤਮਾ ਨੇ ਰੱਖਿਆ ਹੈ, ਉਸੇ ਨੇ ਜਿਹੜਾ ਹੈਗਾ ਕੱਢਣਾ ਵੀ ਹੈ ਆਪਾਂ ਨੂੰ। ਆਦਿ ਜੁਗਾਦੀ ਆਪ ਰੱਖਣ ਵਾਲਿਆ, ਸੱਚ ਨਾਮ ਕਰਤਾਰ ਸੱਚ ਪਸਾਰਿਆ। ਕਹਿੰਦੇ ਉਹ ਮਾਲਕ ਪਰਮਾਤਮਾ ਨੇ ਸੱਚੇ ਨਾਮ ਦੇ ਦੁਆਰਾ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੈਗਾ ਇਸ ਖੇਡ 'ਚੋਂ, ਇਸ ਜਿਹੜੀ ਹੈਗੀ ਮਾਇਆ ਤੋਂ ਜਿਹੜਾ ਹੈਗਾ ਆਪਾਂ ਨੂੰ ਕੱਢਣਾ ਹੈ ਮਾਲਕ ਪਰਮਾਤਮਾ ਨੇ, ਇਹ ਜੂਨਾਂ ਤੋਂ। ਸੱਚ ਨਾਮ ਕਰਤਾਰ, ਉਹਦਾ ਨਾਮ ਸੱਚ ਹੈ, ਹਮੇਸ਼ਾ ਰਹਿਣ ਵਾਲਾ ਹੈ, ਜਦ ਤੱਕ ਦੁਨੀਆ ਹੈ ਉਹਦਾ ਨਾਮ ਰਹੇਗਾ। ਸੱਚ ਪਸਾਰਿਆ, ਉਹ ਮਾਲਕ ਪਰਮਾਤਮਾ ਸੱਚ, ਉਹ ਆਪ ਸਾਰੀ ਸ੍ਰਿਸ਼ਟੀ ਦੇ ਵਿੱਚ ਜ਼ਰਰੇ ਜ਼ਰਰੇ ਦੇ ਵਿੱਚ ਪਸਰਿਆ ਹੋਇਆ ਹੈ। ਊਣਾ ਕਹੀਂ ਨਾ ਹੋਏ, ਘਟੇ ਘਟ ਸਾਰਿਆ। ਉਹ ਮਾਲਕ ਪਰਮਾਤਮਾ ਕਿਤੇ ਵੀ ਊਣਾ ਨਹੀਂ ਹੈ ਭਾਈ, ਘਟ ਘਟ ਦੇ ਵਿੱਚ ਉਹੀ ਮਾਲਕ ਪਰਮਾਤਮਾ ਜਿਹੜਾ ਹੈਗਾ ਜੀਵਨ ਜੋਤੀ ਉਸੇ ਮਾਲਕ ਪਰਮਾਤਮਾ ਦੀ ਹੈਗੀ, ਉਹੀ ਸਾਰ ਰਿਹਾ ਆ ਹਰੇਕ ਨੂੰ, ਹਰੇਕ ਦੇ ਅੰਦਰ। ਮਿਹਰਬਾਨ ਸਮਰੱਥ ਆਪੇ ਹੀ ਘਾਲਿਆ। ਉਹ ਮਿਹਰਬਾਨ ਹੈ ਮਾਲਕ ਪਰਮਾਤਮਾ, ਹਮੇਸ਼ਾ ਦਿਆਲੂ ਹੈ, ਕਿਰਪਾਲੂ ਹੈ, ਔਰ ਸਮਰੱਥ ਹੈਗਾ, ਤਾਰਨ ਦੇ ਸਮਰੱਥ ਹੈਗਾ। ਆਪੇ ਹੀ ਘਾਲਿਆ, ਆਪ ਹੀ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਜਿਹੜਾ ਵੀ ਇਨਸਾਨ ਨਿਕਲਣਾ ਚਾਹੁੰਦਾ ਹੈ, ਆਤਮਾ ਨੂੰ ਦਰਸ਼ਨ ਕਰਨਾ ਚਾਹੁੰਦਾ ਹੈ, ਆਤਮਾ ਦੇ ਸੱਚ ਦੇ ਪਰਮਾਤਮਾ ਦੇ, ਉਹਨੂੰ ਕਹਿੰਦੇ ਆ ਘਾਲਣਾ। ਉਹ ਮਾਲਕ ਪਰਮਾਤਮਾ ਆਪ ਬਖਸ਼ਦਾ ਹੈ, ਆਪੇ ਹੀ ਘਾਲਿਆ। ਜਿਨੇ ਮਨ ਉੱਠਾ ਆਪ ਸੇ ਸਦਾ ਸੁਖਾਲਿਆ। ਔਰ ਜਿਨ੍ਹਾਂ ਦੇ ਮਨ ਦੇ ਵਿੱਚ ਉਹ ਮਾਲਕ ਪਰਮਾਤਮਾ, ਉਹਦੀ ਯਾਦ, ਉਹਦਾ ਧਿਆਨ, ਉਹਦਾ ਸਮਰਨ ਵਸ ਜਾਂਦਾ ਹੈ, ਉਹ ਜਿਹੜੇ ਹੈਗੇ ਹਮੇਸ਼ਾ ਸੁਖੀ ਰਹਿੰਦੇ ਆ। ਜਿਨੇ ਮਨ ਉੱਠਾ ਆਪ ਸੇ ਸਦਾ ਸੁਖਾਲਿਆ। ਆਪੇ ਰਚਨ ਰਚਾਏ ਆਪੇ ਹੀ ਪਾਲਿਆ। ਮਾਲਕ ਨੇ ਆਪ ਜਿਹੜੀ ਹੈਗੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਔਰ ਇਸ ਸ੍ਰਿਸ਼ਟੀ ਨੂੰ ਜਿਹੜਾ ਹੈਗਾ ਮਾਲਕ ਪਰਮਾਤਮਾ ਆਪ ਹੀ ਜਿਹੜਾ ਪਾਲ ਰਿਹਾ ਹੈ। ਸਭ ਕੁਛ ਆਪੇ ਆਪ ਬੇਅੰਤ ਅਪਾਰਿਆ। ਔਰ ਜੋ ਕੁਛ ਵੀ ਦਿਸ ਰਿਹਾ ਆ, ਉਹ ਸਾਰਾ ਕੁਛ ਜਿਹੜਾ ਹੈਗਾ ਨੈਗੇਟਿਵਿਟੀ, ਪੋਜ਼ਿਟਿਵਿਟੀ, ਮਾਇਆ ਔਰ ਜਿਹੜੀ ਆਤਮਾ, ਜੋਤ, ਸਾਰਾ ਕੁਛ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਆਪ ਹੀ ਹੈਗਾ। ਸਭ ਕੁਛ ਆਪੇ ਆਪ ਬੇਅੰਤ ਅਪਾਰਿਆ। ਉਹ ਬੇਅੰਤ, ਉਹਦਾ ਅੰਤ ਹੀ ਨਹੀਂ ਹੈਗਾ, ਉਹਦਾ ਪਾਰ ਨਹੀਂ ਪਾਇਆ ਜਾ ਸਕਦਾ ਕਿਸੇ ਵੀ ਗਿਆਨ ਇੰਦਰੀਆਂ ਦੇ ਦੁਆਰਾ, ਜਾਂ ਹੋਰ ਜਿਹੜੀ ਹੈਗੀਆਂ ਆਪਣੀਆਂ ਕਰਮ ਇੰਦਰੀਆਂ। ਸਭ ਕੁਛ ਆਪੇ ਆਪ ਬੇਅੰਤ ਅਪਾਰਿਆ। ਗੁਰ ਪੂਰੇ ਕੀ ਟੇਕ ਨਾਨਕ ਸੰਭਾਲਿਆ। ਬਸ ਇੱਕੋ ਇੱਕ ਤਰੀਕਾ ਹੈਗਾ, ਪੂਰੇ ਗੁਰੂ ਤੋਂ ਗਿਆਨ ਲੈ ਕੇ, ਪੂਰੇ ਗੁਰੂ ਦੀ ਟੇਕ ਲੈ ਕੇ, ਪੂਰੇ ਗੁਰੂ ਦੇ ਪਰਣੇ ਹੋ ਕੇ, ਪੂਰੇ ਗੁਰੂ ਤੋਂ ਵਿਵੇਕ ਬੁੱਧੀ ਲੈ ਕੇ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਜਿਹੜਾ ਹੈਗਾ ਆਪਾਂ ਸੰਭਾਲ ਸਕਦੇ ਹਾਂ, ਔਰ ਆਪਣੀ ਆਤਮਾ ਨੂੰ ਪ੍ਰਗਟ ਕਰ ਸਕਦੇ ਹਾਂ। ਹਾਂਜੀ ਸੁਖਵਿੰਦਰ ਜੀ।
ਹਾਂਜੀ ਵੀਰ ਜੀ, ਇਹਦੇ 'ਚ ਦੇਖੋ ਪਹਿਲਾਂ ਦੇਖੋ ਕਹਿ ਰਹੇ ਸੀ ਕਿ ਵੀ ਜਿਹੜਾ ਨਹੀਂ ਕਰਦਾ ਉਹਦਾ ਕੀ ਹਾਲ ਹੁੰਦਾ, ਉਹ ਗਵਾ ਕੇ ਚਲਾ ਜਾਂਦਾ। ਜਿਹਨੇ ਭਗਤੀ ਕੀਤੀ ਉਹ ਨਿਕਲ ਜਾਂਦਾ। ਤੇ ਉਹ ਕਹਿੰਦੇ ਨਿਕਲਣਾ ਕਿੱਦਾਂ ਹੈ? ਹੁਣ ਦੇਖੋ ਨਾਲੇ ਉਹ ਕਹਿੰਦੇ ਵੀ ਐਸਾ ਬੇਅੰਤ ਪ੍ਰਮਾਤਮਾ ਹੈ। ਉਹ ਲਾਸਟ ਦੀ ਤੁਕ 'ਚ ਦੇਖੋ ਸਾਰਾ ਕੁਝ ਕਲੀਅਰ ਕੀਤਾ ਉਹਨਾਂ ਨੇ। ਇੱਕੋ ਹੀ ਗੱਲ ਦੇ ਕੀਤੀ ਉਹਨਾਂ ਨੇ, ਕਹਿੰਦੇ ਵੀ ਉਹ ਗੁਰਪੂਰੇ ਕੀ ਟੇਕ ਨਾਨਕ ਸੰਭਾਲਿਆ। ਜਿਹਨੇ ਤੁਹਾਨੂੰ ਪੂਰਾ ਗੁਰੂ, ਆ ਦੇਖੋ ਕਿੰਨਾ ਵੱਡਾ ਗਿਆਨ ਹੈ ਇਹ ਗੁਰੂ ਗ੍ਰੰਥ ਸਾਹਿਬ ਸਾਡੇ ਪੂਰੇ ਗੁਰੂ ਨੇ। ਤੇ ਉਹ ਦੇਖੋ ਕਿੰਨਾ ਵੱਡਾ, ਉਹ ਕਹਿ ਰਹੇ ਵੀ ਤੁਸੀਂ ਇਹਦੀ ਟੇਕ ਨਹੀਂ, ਇਹਦੇ ਤੋਂ ਗਿਆਨ ਲਓ, ਇਹ ਤੋਂ ਜੋ ਇਹ ਕਹਿ ਰਹੇ ਨੇ ਕਿ ਕਿੱਦਾਂ ਨਿਕਲਣਾ, ਫਿਰ ਉਹਨੂੰ ਸੰਭਾਲੋ। ਪੂਰਾ ਭਰੋਸਾ ਕਰੋ, ਇਹਦਾ ਪੂਰਾ ਭਰੋਸਾ ਕਰਕੇ ਆਪਣੇ ਆਪ ਨੂੰ ਸਰੈਂਡਰ ਕਰ ਦੋ ਕਿ ਜੀ ਜੋ ਤੁਸੀਂ ਕਹਿ ਰਹੇ ਹੋ ਸੱਚ ਕਹਿ ਰਹੇ ਹੋ, ਤੇ ਮੈਂ ਉਹੀ ਸੰਭਾਲਣਾ, ਉਸੇ ਤਰ੍ਹਾਂ ਹੀ ਮੈਂ ਕੰਮ ਕਰੂੰਗਾ। ਤੇ ਉਹ ਕਰਨਾ ਫਿਰ ਕੀ ਕਹਿੰਦੇ, ਫਿਰ ਦੇਖੋ ਕਹਿੰਦੇ ਉਹ ਹੈ ਤਾਂ ਫਿਰ ਪ੍ਰਮਾਤਮਾ ਹੀ ਹੈ ਨਾ, ਸਾਰਾ ਕੁਛ ਹੀ ਆਪ ਤੋਂ ਜੁਗਾਤ ਤੋਂ ਹੈ ਨਾ ਜੀ। ਉਹ ਆਪ ਹੀ ਰੱਖ ਰਿਹਾ ਸਾਰਿਆਂ ਦੀ ਕਿਰਪਾ ਇਹਦੀ। ਦੇਖੋ ਸਾਰੀ ਜਗ੍ਹਾ ਪਸਰਿਆ ਵੀ ਹੋਇਆ ਉਹਦਾ ਐਸਾ ਨਾਮ। ਕੋਈ ਨਾਮ ਤੋਂ ਖਾਲੀ ਜਗ੍ਹਾ ਹੈ ਕੋਈ ਮੇਜਰ ਸਾਹਿਬ? ਨਹੀਂ ਹੈ ਨਾ, ਕੋਈ ਜਗ੍ਹਾ ਨਹੀਂ ਕਿਤੇ, ਕੋਈ ਜਗ੍ਹਾ ਐਸੀ ਨਹੀਂ ਹੈ ਜਿੱਥੇ ਉਹ ਨਹੀਂ। ਉਹ ਦੇਖੋ ਉਹ ਤਾਂ ਇੰਨਾ ਨੇੜੇ ਹੈ। ਉਹ ਕਹਿੰਦੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ ਸਭ ਮੇ ਰਿਹਾ ਸਮਾਏ। ਔਰ ਫਿਰ ਕਹਿੰਦੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ में इसका विश्राम। ਦੇਖੋ ਜੀ, ਮਤਲਬ ਜੇ ਹੁਣ ਅਸੀਂ ਨਾ ਕਰੀਏ ਫਿਰ ਉਹ ਕਹਿੰਦੇ ਊਣਾ ਵੀ ਨਹੀਂ ਹੈ ਕਿਤੇ, ਉਹ ਹਰ ਘਟ ਦੇ ਵਿੱਚ ਪਿਆ ਆਪ ਹੀ ਹੈ। ਦੇਖੋ ਤੇ ਉਹ ਮਿਹਰਬਾਨ ਹੈ ਨਾ ਜੀ। ਉਹ ਆਪ ਹੀ ਕਰਾ ਲੈਂਦਾ ਹੈ। ਜਦੋਂ ਉਹ ਕਰਾਉਂਦਾ ਕਿੰਨਾ ਤੋਂ ਹੈ? ਜਿਹਨੇ ਭਾਵਨਾ ਕੀਤੀ, ਇੱਛਾ ਕੀਤੀ ਤੇ ਬੈਠਿਆ, ਉਸ ਜੁੜ ਗਿਆ ਉੱਥੇ ਬਸ। ਹੋ ਸਕਦਾ ਥੋੜਾ ਬਹੁਤ ਕੋਈ ਸੰਸਕਾਰ ਪਿੱਛੋਂ ਵੀ ਹੋਵੇ, ਬਟ ਉਹ ਜੁੜ ਗਿਆ, ਉਹ ਨਿਰਵਿਚਾਰ। ਬਸ ਉਹ ਆਪਣੇ ਆਪ ਨੂੰ ਵਿੱਚੋਂ ਗਵਾਤਾ ਨਾ, ਕਿ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਂ। ਹੁਣ ਦੱਸੋ ਇਸ ਤੋਂ ਜ਼ਿਆਦਾ ਹੁਣ ਕੀ ਕਹਿ ਦੇਣ ਜੀ। ਉਹ ਜਿਨ੍ਹਾਂ ਦੇ ਅੰਦਰ ਕਹਿੰਦੇ ਜੇ ਮਤਲਬ ਮਨ ਦੇ ਵਿੱਚ ਆ ਕੇ ਵਸ ਗਿਆ, ਉਹ ਆਪ ਹੀ ਪ੍ਰਮਾਤਮਾ ਤੇ ਉਸੇ ਵਿੱਚ ਸਦਾ ਹੀ ਸੁੱਖ ਹੈ, ਉਹ ਸਭ ਚਿਤ ਆਨੰਦ। ਮਨ ਵਿੱਚ ਵਸਣਾ ਇਹ ਹੈਗਾ, ਇਹਦਾ ਮਤਲਬ ਹੈਗਾ ਬਈ ਆਪਣੇ ਅੰਦਰ ਜਿਸ ਤਰ੍ਹਾਂ ਆਪਣੇ ਅੰਦਰ ਮਾਇਆ ਜਿਹੜੀ, ਪਦਾਰਥ ਜਿਹੜੇ, ਸਵਾਦ ਜਿਹੜੇ ਹੈਗੇ ਉਹ ਵਸੇ ਹੋਏ ਆ ਮਨ ਦੇ ਵਿੱਚ, ਔਰ ਉਧਰ ਨੂੰ ਆਪਾਂ ਜਿਹੜੇ ਹੈਗੇ ਆਪਣੇ ਸਵਾਸ ਲਗਾਉਣੇ ਆ ਸਾਰੇ ਦੇ ਸਾਰੇ, ਆਪਣੀ ਪ੍ਰਾਣ ਸ਼ਕਤੀ ਉੱਥੇ ਯੂਜ਼ ਕਰਦੇ ਆ। ਉਸੇ ਤਰੀਕੇ ਦੇ ਨਾਲ ਜੇ ਕਿਤੇ ਆਪਾਂ ਨੂੰ ਸੱਚ ਦੇ ਜਾਣਨ ਦੀ, ਪਰਮਾਤਮਾ ਦੇ ਨਾਲ ਜਿਹੜੀ ਹੈਗੀ ਆ ਉਹਨੂੰ ਦੇਖਣ ਦੀ, ਆਤਮਾ ਨੂੰ ਦੇਖਣ ਦੀ, ਆਤਮਾ ਵੱਲ ਨੂੰ ਉਸੇ ਤਰ੍ਹਾਂ ਖਿੱਚ ਹੋ ਜਾਏ, ਤੇ ਉਹ ਫਿਰ ਸੱਚ ਇਸ ਤਰ੍ਹਾਂ ਵਸਦਾ ਹੈ ਮਨ ਦੇ ਵਿੱਚ। ਫਿਰ ਆਪਾਂ ਨੇ ਜਿਹੜੇ ਹੈਗੇ ਸਵਾਸ ਆਪਾਂ ਉਧਰ ਨੂੰ ਲਾਵਾਂਗੇ, ਔਰ ਉਹਨੂੰ ਕਹਿੰਦੇ ਆ ਨਾਮ ਧਨ। ਤਾਂ ਜਿਹੜਾ ਉਹ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ, ਉਹ ਧਨ ਦੇ ਬਦਲੇ ਆਪਾਂ ਉਹ ਨਾਮ ਖਰੀਦ ਸਕਦੇ ਹਾਂ ਭਾਈ। ਇਸ ਤਰ੍ਹਾਂ ਉਹ ਨਾਮ ਮਿਲਦਾ ਹੈ। ਆਪਾਂ ਆਏ ਹਾਂ ਦੁਨੀਆ ਦੇ ਵਿੱਚ, ਸਵਾਸ ਦਿੱਤੇ ਆ ਮਾਲਕ ਨੇ, ਔਰ ਇਹ ਸਵਾਸ ਜਿਹੜੇ ਹੈਗੇ ਇਹ ਧਨ ਦੇ ਰੂਪ ਕਨਵਰਟ ਤਦ ਹੁੰਦੇ ਆ ਜਦ ਆਪਣੇ ਵਿਚਾਰ ਬੰਦ ਹੋ ਜਾਂਦੇ। ਔਰ ਇਹ ਧਨ ਜਿਹੜਾ ਹੈਗਾ ਹੌਲੀ ਹੌਲੀ, ਧਨ ਜਿਹੜਾ ਹੈਗਾ ਜਿੰਨੇ ਕਿ ਚਾਹੀਦਾ ਆ, ਉਹ ਅੰਮ੍ਰਿਤ ਦੀ ਬੂੰਦ ਦੇ ਵਾਸਤੇ ਜ਼ਿਆਦਾ ਧਨ ਹੋ ਜਾਂਦਾ ਹੈ, ਤੇ ਅੰਮ੍ਰਿਤ ਦੀ ਬੂੰਦ ਆ ਜਾਂਦੀ ਹੈ। ਅੰਮ੍ਰਿਤ ਦੀ ਬੂੰਦ ਆ ਗਈ ਤੇ ਆਤਮ ਦਰਸ਼ਨ ਹੋ ਜਾਂਦੇ, ਆਤਮ ਦਰਸ਼ਨ ਹੋ ਗਏ ਤੇ ਪਰਮਾਤਮ ਦਰਸ਼ਨ ਹੋ ਜਾਂਦੇ। ਇਸ ਤਰ੍ਹਾਂ ਜਿਹੜੀ ਹੈਗੀ ਆ ਚੇਨ ਹੈਗੀ ਹੈ ਜੀ। ਹਾਂਜੀ ਫਿਰ ਜੀ ਤੁਸੀਂ ਸਾਰੀ ਦੇਖੋ ਸਮਝਾਤੀ, ਦੇਖੋ ਕਿੰਨੀ ਜ਼ਬਰਦਸਤ ਚੀਜ਼ ਹੈ ਕਿ ਵੀ ਉਹ ਪ੍ਰਮਾਤਮਾ ਮਤਲਬ ਜਿਸ ਭਾਵ ਹੈ ਤਿਸ ਦੇ, ਉਹ ਜਿਹੜਾ ਉਹਦੀ ਭਾਵਨਾ ਕਰਦਾ ਉਹਨੂੰ ਦੇ ਦਿੰਦਾ। ਉਹਨੇ ਤਾਂ ਪਾਰਸ਼ੈਲਿਟੀ ਕਰਨੀ ਕੋਈ ਨਹੀਂ। ਤੇ ਉਹ ਜਦੋਂ ਤੁਸੀਂ ਇੱਛਾ ਕੀਤੀ, ਉਹਨੇ ਮਨਾਉਣਾ ਕਿਹਨੂੰ ਹੈ? ਫਿਰ ਉਹ ਤਰੀਕਾ ਹੀ ਉਹਦਾ ਦੇਖੋ। ਉਹ ਕੋਈ ਬ੍ਰਹਮ ਗਿਆਨੀਆਂ ਨੂੰ ਕੋਈ ਜਿੱਦਾਂ ਉਹ ਤੁਹਾਡੀ ਉਹ ਮਾਈਂਡ ਨੂੰ ਜਿਹੜਾ ਹੈਗਾ ਮੈਂ ਘੁਮਾ ਲੈਣਾ ਵੀ ਨਾ ਬਈ ਇੱਧਰ ਚੱਲ, ਹੁਣ ਕਿੱਧਰ ਚੱਲੇ, ਤੇ ਉਹ ਮਿਲਾ ਦੂਗਾ ਕਿਸੇ ਨੂੰ, ਪੂਰੇ ਗੁਰੂ ਨੂੰ, ਕਿਸੇ ਬ੍ਰਹਮ ਗਿਆਨੀ ਨੂੰ, ਗੁਰਮੁਖ ਨੂੰ, ਜਿਹੜਾ ਉਹ ਜਿਹਨੇ ਆਪ ਯਾਤਰਾ ਕੀਤੀ ਹੈ, ਤੇ ਉਹਦੇ ਥਰੂ ਹੀ ਉਹ ਸਾਰਾ ਫਿਰ ਉਹ ਤੁਹਾਨੂੰ ਅੱਗੇ ਉਹ ਲੈ ਕੇ ਜਾਂਦਾ। ਉਹ ਦੇਖੋ ਉਹ ਲੈ ਕੇ ਜਾਂਦਾ ਮਤਲਬ ਤੁਹਾਨੂੰ ਪ੍ਰੇਰਦਾ ਉਹ ਕਿ ਵੀ ਏਦਾਂ ਮਿਲਣਾ। ਇਹ ਗੁਰੂ ਗ੍ਰੰਥ ਸਾਹਿਬ ਦੇਖੋ ਸਾਰੇ ਦੇ ਵਿੱਚ ਇਹੀ ਗਿਆਨ ਹੈ ਕਿ ਵੀ ਉਹਨੇ, ਤੁਸੀਂ ਇੱਛਾ ਕਰੋ, ਉਹਨੇ ਕੋਈ ਨਾ ਕੋਈ ਤੁਹਾਡਾ ਹੀਲਾ ਵਸੀਲਾ ਆਪੇ ਬਣਾ ਦੇਣਾ। ਬਸ ਤੁਸੀਂ ਇੱਛਾ ਕਰੋ ਬਸ ਕਿ ਵੀ ਮੈਂ ਇਸ ਰਸਤੇ ਤੇ ਚੱਲਣਾ ਚਾਹੁੰਦਾ। ਕਿਉਂ ਚੱਲਣਾ ਨਹੀਂ ਨਾ ਚਾਹੁੰਦੇ? ਕੋਈ ਪ੍ਰੋਬਲਮ ਤਾਂ ਇੱਥੇ ਹੀ ਹੈ। ਆਪਾਂ ਕੀ ਕਰਦੇ ਹਾਂ, ਆਪਾਂ ਜਾ ਕੇ ਗੁਰਦੁਆਰੇ ਮੰਦਿਰ ਜਾ ਕੇ ਚੜਾ ਕੇ ਤੇ ਉਹ ਬਸ ਅਸੀਂ ਆਪਣੇ ਆਪ ਨੂੰ ਇੱਕ ਉਹ ਧੋਖਾ ਦੇ ਦਿੰਦੇ ਹਾਂ। ਆਪਣੇ ਆਪ ਨੂੰ ਇੱਕ ਉਹ ਮੰਨ ਲੈਂਦੇ ਹਾਂ, ਇੱਕ ਆਪਣੇ ਆਪ ਨੂੰ ਕਿ ਵੀ ਹਾਂ ਵੀ ਮੈਂ ਆਪਣੀ ਕਾਰਵਾਈ ਕਰਿਆ, ਹੁਣ ਬਸ ਤੇਰਾ ਕੰਮ।
ਤੇ ਉਹ ਅੰਦਰ ਵੜਨ ਦੀ ਉਹਦੇ ਲਈ ਜਿਹਦੇ ਲਈ ਜਿਹੜੀ ਉਹ ਸਰਮਖੰਡ ਹੈ ਉੱਥੇ ਤੱਕ ਕਦੇ ਬੈਠਣ ਦੀ ਕਦੇ ਕੋਸ਼ਿਸ਼ ਹੀ ਨਹੀਂ ਕੀਤੀ। ਉਹ ਇਸ ਕਰਕੇ ਦੇਖੋ ਆਪ ਵੀ ਕਹਿ ਰਹੇ ਨੇ ਨਾਲ ਕਿ ਐਡਾ ਬੇਅੰਤ ਹੈ ਵੀ ਉਹ ਆਪ ਹੀ ਕਰੇ, ਆਪੇ ਆਪ ਹੈ ਸਭ ਕੁਛ, ਆਪੇ ਆਪ ਇੰਨਾ ਬੇਅੰਤ ਅਪਾਰ ਹੈ ਉਹ। ਤੇ ਉਹ ਆਪਦੇ ਜੋ ਹੀ ਦੇਖੋ ਨੇ ਇੱਕ ਤੋਂ ਅਨੇਕ ਕਰਕੇ ਸਾਰੀ ਸ੍ਰਿਸ਼ਟੀ ਸਾਜਨਾ ਕਰਕੇ ਆਪ ਹੀ ਵਿੱਚ ਬੈਠਾ ਦੇ। और ऊणा कहीं ना होए, घटे घटे सहारिया, ऊणा है ही नहीं किते भी, और हरेक जगह ਤੇ ਘਟ ਘਟ ਦੇ ਅੰਦਰ ਪੂਰਾ ਸਾਰਿਆਂ ਨੂੰ ਦੇਖ, ਘਟ ਘਟ ਨੂੰ ਦੇਖ ਰਿਹਾ ਭਾਈ, ਹਰੇਕ ਦੀ ਸਾਰ ਲੈ ਰਿਹਾ ਉਹ। ਦੱਸੋ ਹੁਣ ਇਸ ਤੋਂ ਜ਼ਿਆਦਾ ਕੋਈ ਕੀ ਇਹਨੂੰ ਮਤਲਬ ਬਿਆਨ ਕਰਦੇ ਹੋ? ਸਿੱਧੇ ਠੇਠ ਸ਼ਬਦਾਂ 'ਚ ਗੁਰੂ ਅਰਜਨ ਦੇਵ ਜੀ ਦੇਖੋ ਸਾਨੂੰ ਇੰਨਾ ਵੱਡਾ ਗਿਆਨ ਸਾਨੂੰ ਦੇ ਰਹੇ ਨੇ ਇੱਕ ਇਸ ਸ਼ਬਦ ਦੇ ਅੰਦਰ। ਸ਼ਲੋਕ ਪੌੜੀ ਅੱਗੇ ਕਹਿ ਰਹੇ, ਕਹਿੰਦੇ ਮਿਹਰਬਾਨ ਸਮਰੱਥ ਆਪੇ ਹੀ ਘਾਲਿਆ। ਕਹਿੰਦੇ ਉਹ ਮਾਲਕ ਪਰਮਾਤਮਾ ਮਿਹਰਬਾਨ ਹੈ, ਹਮੇਸ਼ਾ ਹੀ ਮਿਹਰ ਕਰਦਾ ਹੈ ਉਹ ਮਾਲਕ ਪਰਮਾਤਮਾ। ਉਹ ਨਹੀਂ ਚਿਤਾਰਦਾ ਆਪਣੇ ਅਵਗੁਣ, ਉਹ ਤਾਂ ਮਿਹਰਬਾਨ ਹੈਗਾ, ਹਮੇਸ਼ਾ ਮਿਹਰ ਕਰਨੀ ਹੈ ਉਹਨੇ, ਔਰ ਸਮਰੱਥ ਹੈਗਾ। ਆਪੇ ਹੀ ਘਾਲਿਆ ਉਹ ਮਾਲਕ ਪਰਮਾਤਮਾ ਜਿਸ ਪਾਸੇ ਨੂੰ ਆਪਾਂ ਜਾਣਾ ਚਾਹੁੰਦੇ ਹਾਂ ਉਹ ਪਾਸੇ ਨੂੰ ਆਪਾਂ ਨੂੰ ਜਿਹੜੀ ਹੈਗੀ ਘਾਲਣਾ ਕਰਵਾਉਂਦਾ ਹੈ। ਚੁਆਇਸ ਆਪਣੀ ਹੈਗੀ। ਅੱਗੇ ਜਿਹੜਾ ਹੈਗਾ ਮਾਲਕ ਨੇ ਜਿਹੜਾ ਹੈਗਾ, ਮਾਲਕ ਜੇ ਕਹਿੰਦਾ ਤੂੰ ਬੋਲ ਕਿੱਧਰ ਜਾਣਾ ਚਾਹੁੰਦਾ ਆ, ਉਸੇ ਪਾਸੇ ਨੂੰ ਤੈਨੂੰ ਮੈਂ ਲੈ ਜਾਊਂਗਾ। ਬਸ ਇੰਨਾ ਹੀ ਹੈਗਾ। ਇੱਛਾਧਾਰੀ ਹੈ ਨਾ ਜੀ, ਆਪਾਂ ਬਣਾਏ ਕਰ ਲੈ ਇੱਛਾ, ਉਹ ਜਿਹਾ ਕੁਛ ਲੈ ਲੈ। ਤੇ ਨਹੀਂ ਇੱਥੇ ਪੂਰੀ ਹੋਈ ਤਾਂ ਕਹਿੰਦੇ ਮੈਂ ਅੱਗੇ ਕਰਾ ਦੂੰਗਾ। ਕੀ ਰਹਿ ਗਿਆ? ਕਾਮ ਅਧੂਰਾ ਰਹਿ ਗਿਆ, ਚੱਲ ਫਿਰ ਹਾਥੀ ਹੈ। ਕ੍ਰੋਧ ਰਹਿ ਗਿਆ, ਮਤਲਬ ਓਦਾਂ ਦੀਆਂ ਜੂਨਾਂ 'ਚ ਬਣਾ ਦਿਓ, ਸ਼ੇਰ ਬਣਾ ਦਿਓ ਇਹਨੂੰ, ਖਾਈ ਜਾ, ਲੋਕਾਂ 'ਚ ਕ੍ਰੋਧ ਕਰੀ ਜਾ ਉੱਥੇ। ਤੇ ਉਹ ਬਸ ਏਦਾਂ ਹੀ ਹੈ। ਬਸ ਉਹ ਸੂਰਿਓ ਜਿਵੇਂ ਉਹ ਸ਼ਬਦ ਨਹੀਂ ਭਗਤ ਤਰਲੋਚਨ ਜੀ ਦਾ, ਦੇਖੋ ਜੋ ਜੋ ਅਧੂਰੀ ਰਹੀ ਜਾਂਦੀ ਆ ਉਹ ਦੇਖੋ ਸਾਰਾ ਪੂਰੇ ਤਗੜੇ ਤਰੀਕੇ ਨਾਲ ਖੋਲਿਆ ਉਹਨਾਂ ਨੇ। ਬਿਲਕੁਲ ਸਹੀ ਹੈ। ਵੀ ਸੂਰੀ ਦੀ ਜੂਨ 'ਚ ਪੈ ਜਾ, ਲੈ ਜਾ ਫਿਰ ਲਈ ਜਾ ਬੱਚਿਆਂ ਨੂੰ। ਮੰਦਿਰ ਸੀ ਮੇਰੇ ਤੇ ਕਹਿੰਦੇ ਪ੍ਰੇਤਾਂ ਵਾਂਗੂ ਘੁੰਮਦਾ ਰਿਹਾ ਮੰਦਿਰਾਂ 'ਚ, ਫਿਰ ਜਾ ਕੇ ਆਪਦੇ ਮਤਲਬ ਘਰਾਂ 'ਚ, ਮੰਦਿਰ ਮੀਨਸ ਘਰ, ਮਹਿਲ ਕਰੀ ਜਾ ਇੱਛਾ ਵੱਡੇ ਮਹਿਲਾਂ ਦੀ, ਘੁੰਮੀ ਜਾਈ ਪ੍ਰੇਤ ਬਣ ਕੇ। ਹੈ ਜੀ, ਉਹ ਐਵੇਂ ਥੋੜੀ ਲਿਖੀਆਂ ਉਹ ਗੱਲਾਂ। ਉਹ ਕਹਿੰਦੇ ਜੀ ਚਲੋ ਪ੍ਰਮਾਤਮਾ ਭਲੀ ਕਰੇ ਜੀ, ਸਾਰਿਆਂ ਨੂੰ ਇਸ ਰਸਤੇ ਤੇ ਲਾਵੇ, ਤੇ ਅਸੀਂ ਭਗਤੀ ਵੱਲ ਲੱਗੀਏ। ਬਸ ਇਸੇ ਕੰਮ, ਜੋ ਸਾਡਾ ਕੰਮ ਹੈ ਨਾ ਜੀ, ਸਾਨੂੰ ਭੇਜਿਆ ਆਪਣੇ ਆਪ ਨੂੰ ਜਾਣਨ ਲਈ, ਉਧਰ ਨੂੰ ਅਸੀਂ ਆਪਣੀ ਡਾਇਰੈਕਸ਼ਨ ਨੂੰ ਮੋੜੀਏ। ਬਿਲਕੁਲ। ਆਪੇ ਰਚਨ ਰਚਾਇਆ, ਆਪੇ ਹੀ ਪਾਲਿਆ। ਮਾਲਕ ਨੇ ਜਿਹੜੇ ਜੀਵ ਪੈਦਾ ਕੀਤੇ ਆ ਤੇ ਉਹੀ ਪਾਲ ਰਿਹਾ ਹੈ ਭਾਈ ਸਾਰਿਆਂ ਨੂੰ। ਔਰ ਸਾਨੂੰ ਤਾਂ ਭੁਲੇਖਾ ਹੀ ਹੈ ਵੀ ਪਤਾ ਨਹੀਂ ਅਸੀਂ ਕੁਝ ਕਰ ਰਹੇ ਹਾਂ। ਬਿਲਕੁਲ। ਔਰ ਪੂਰੇ ਗੁਰੂ ਦੀ ਟੇਕ ਜਿਹਦੇ ਕੋਲ ਹੈਗੀ ਉਹ ਜਿਹੜਾ ਭਗਤੀ ਕਰ ਸਕਦਾ ਭਾਈ। ਜਿਹਦੇ ਕੋਲ ਪੂਰੇ ਗੁਰੂ ਦੀ ਟੇਕ ਕੀ ਹੈ, ਗੁਰੂ ਦੀ ਮੱਤ ਹੈਗੀ ਆ ਭਾਈ, ਵਿਵੇਕ ਬੁੱਧੀ ਹੈਗੀ ਜਿਹਦੇ ਕੋਲ ਹੈਗੀ ਆ, ਉਹ ਜਿਹੜਾ ਹੈਗਾ ਉਹ ਭਗਤੀ ਕਰਕੇ ਔਰ ਨਿਕਲਣ ਦਾ ਚਾਂਸ ਹੈਗਾ ਉਹਦਾ ਭਾਈ। ਅੱਗੇ ਅਗਲੀ ਪੌੜੀ ਸ਼ਲੋਕ ਆ ਗਿਆ। ਸ਼ਲੋਕ ਮਹੱਲਾ ਪੰਜਵਾਂ। ਆਦ ਮੱਧ ਔਰ ਅੰਤ ਪਰਮੇਸ਼ਰ ਰੱਖਿਆ। ਜਿਹੜਾ ਵੀ ਭਗਤੀ ਕਰਨਾ ਚਾਹੁੰਦਾ ਹੈ ਭਾਈ, ਆਦ ਤੋਂ ਮੱਧ ਵਿੱਚ ਵੀ ਉਹਦੀ ਉਮਰ ਦੀ ਜੀਵਨ ਦੇ ਵਿੱਚ ਅੰਤ ਤੱਕ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਰਕਸ਼ਾ ਕਰਦਾ ਹੈ। ਗੁਰਕੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ, ਬਹੁਤ ਟੁੱਟਵੀਂ ਆ ਰਹੀ ਹੈ। ਹਾਂਜੀ। ਅਸੀਂ 523 ਅੰਗ 'ਤੇ ਹੈਗੇ ਹਾਂ, ਔਰ ਅਸੀਂ 20ਵੀਂ ਪੌੜੀ ਜਿਹੜੀ ਹੈਗੀ ਉਸ ਦੇ ਸ਼ਲੋਕ ਲੈਣ ਲੱਗੇ ਹਾਂ। ਸ਼ਲੋਕ ਮਹੱਲਾ ਪੰਜਵਾਂ। ਆਦ ਮੱਧ ਔਰ ਅੰਤ ਪਰਮੇਸ਼ਰ ਰੱਖਿਆ। ਕਹਿੰਦੇ ਜੇ ਪਰਮੇਸ਼ਰ ਜਿਹੜਾ ਹੈਗਾ ਉਸ ਦੀ ਜੇ ਸ਼ਰਨ 'ਚ ਜਾਏਗਾ ਇਨਸਾਨ, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਜੇ ਉਹਨੂੰ ਮਿਲਣ ਦੀ ਜਿਹੜੀ ਹੈ, ਭਗਤੀ ਕਰਨ ਦੀ ਜਿਹੜੀ ਲਿਵ ਵਾਲੇ ਰਸਤੇ 'ਤੇ ਚੱਲਣ ਦੀ ਇੱਛਾ ਹੈ ਇਨਸਾਨ ਦੀ, ਤੇ ਮਾਲਕ ਪਰਮਾਤਮਾ ਸ਼ੁਰੂ 'ਚੋਂ, ਮੱਧ ਦੇ ਵਿੱਚ ਵੀ, ਅੰਤ ਦੇ ਵਿੱਚ ਵੀ ਮਾਲਕ ਪਰਮਾਤਮਾ ਉਹ ਭਗਤੀ ਕਰਨ ਵਾਲੇ ਦੀ ਰਕਸ਼ਾ ਕਰਦਾ ਹੈ। ਕਿਹਦੀ? ਸਤਿਗੁਰੇ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ। ਦੇਖੋ ਫਿਰ ਉਹਨੂੰ
ਗੁਰੂ ਜਿਹੜੇ ਬ੍ਰਹਮ ਗਿਆਨੀ ਜਿਹੜੇ ਹੈਗੇ ਭਗਤੀ ਸਤਿਗੁਰੇ ਦਿੱਤਾ ਹਰ ਨਾਮ। ਇਹਦਾ ਕੀ ਮਤਲਬ ਹੋਇਆ ਬਈ ਗੁਰੂ ਨੇ ਬ੍ਰਹਮ ਗਿਆਨੀਆਂ ਨੇ ਉਹਨੂੰ ਦੱਸ ਦਿੱਤਾ ਬਈ ਨਾਮ ਧਨ ਜਿਹੜਾ ਹੈਗਾ ਕਿਵੇਂ ਇਕੱਠਾ ਕਰਨਾ ਹੈ, ਕਿਵੇਂ ਜਿਹੜੇ ਆਪਣੇ ਸਵਾਸ ਜਿਹੜੇ ਹੈਗੇ ਆ ਉਹ ਲੇਖੇ ਚਲਾਉਣੇ ਆ, ਨਾਮ ਧਨ ਦੇ ਵਿੱਚ ਕਨਵਰਟ ਕਰਨੇ ਆ, ਕਿਵੇਂ ਜਿਹੜਾ ਹੈਗਾ ਚੁੱਪ ਹੋ ਕੇ ਮਨ ਨੂੰ ਚੁੱਪ ਕਰਾ ਕੇ ਸੁਣਨ ਦੇ ਵਿੱਚ ਬੈਠ ਕੇ ਵਿਚਾਰ ਬੰਦ ਕਰਕੇ ਜਿਹੜਾ ਹੈਗਾ ਇਹ ਜਿਹੜੀ ਹੈਗੀ ਕਿਰਿਆ ਕਰਨੀ ਹੈ ਭਾਈ। ਇਹ ਧਨ ਜਿਹੜਾ ਹੈਗਾ ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟਿਓ, ਕਰ ਬੈਠੋ ਵਿਸਰਾਮ। ਇਸ ਤਰ੍ਹਾਂ ਧਨ ਮਿਲਦਾ ਹੈ। ਸਤਿਗੁਰੇ ਦਿੱਤਾ ਹਰ ਨਾਮ, ਅੰਮ੍ਰਿਤ ਚਖਿਆ, ਸਾਦਾ ਸੰਗ ਅਪਾਰ। ਗੁਰਕੀ ਸਾਹਿਬ ਤੁਹਾਡਾ ਮਾਈਕ ਜਿਹੜਾ ਨਾ ਬਾਰ-ਬਾਰ ਕਟਰ ਕਰੀ ਜਾ ਰਿਹਾ। ਮੇਰਾ ਮਾਈਕ? ਹਾਂ, ਤਾਰ ਹਿੱਲੀ ਜਾ ਰਹੀ ਤੁਹਾਡੀ। ਸਾਦਾ ਸੰਗ ਅਪਾਰ, ਅਨਦਿਨ ਹਰ ਗੁਣ ਰਵੈ। ਆ ਦੇਖੋ ਫਿਰ ਉਹ ਕੀ ਕਰਦਾ ਹੈ, ਸਾਧ ਸੰਗਤ ਦੇ ਵਿੱਚ ਜਿਹੜਾ ਹੈਗਾ ਉਸ ਅਪਾਰ ਮਾਲਕ ਪਰਮਾਤਮਾ ਦੇ ਅਨਦਿਨ ਹਰ ਦਿਨ ਜਿਹੜਾ ਹੈਗਾ ਉਹਦੀ ਭਗਤੀ ਕਰਦਾ ਹੈ। ਔਰ ਸਾਧ ਸੰਗਤ ਦੇ ਵਿੱਚ ਜਿਹੜਾ ਹੈਗਾ ਉਹ ਜਿਹੜਾ ਹੈਗਾ ਗੁਣ ਗਾਉਂਦਾ ਹੈ ਉਸ ਮਾਲਕ ਪਰਮਾਤਮਾ ਦੇ। ਪਾਏ ਮਨੋਰਥ ਸਭੇ ਜੋਨੀ ਨਹਿ ਪਵੈ। ਔਰ ਇਸ ਤਰ੍ਹਾਂ ਉਹ ਸਾਰੇ ਦੇ ਸਾਰੇ ਉਹਦੇ ਮਨੋਰਥ ਪੂਰੇ ਹੋ ਜਾਂਦੇ ਆ ਔਰ ਉਹ ਜਿਹੜਾ ਹੈਗਾ ਜੂਨਾਂ ਦੇ ਵਿੱਚ ਨਹੀਂ ਜਾਂਦਾ। ਸਭ ਕੁਛ ਕਰਤੇ ਹੱਥ ਕਾਰਨ ਜੋ ਕਰੈ। ਕਹਿੰਦੇ ਸਾਰਾ ਕੁਛ ਉਸ ਮਾਲਕ ਪਰਮਾਤਮਾ ਦੇ ਹੱਥ ਦੇ ਵਿੱਚ ਹੈਗਾ। ਉਸੇ ਨੇ ਸਾਰਾ ਕਾਰਨ ਕੀਤਾ ਹੈ, ਉਸੇ ਨੇ ਇਹ ਜਿਹੜਾ ਹੈਗਾ ਲਿਵ ਔਰ ਧਾਤ ਦਾ ਆਪਾਂ ਨੂੰ ਜਿਹੜਾ ਹੈਗਾ ਡੁਐਲਿਟੀ ਦੇ ਵਿੱਚ ਸੰਸਾਰ ਦੇ ਵਿੱਚ ਜਿਹੜਾ ਜੂਨਾਂ ਬਣਾਈਆਂ ਔਰ ਮਨੁੱਖੀ ਜੂਨ ਦਿੱਤੀ ਹੈ। ਨਾਨਕ ਮੰਗੈ ਦਾਨ ਸੰਤਾਂ ਧੂਰ ਧਰੈ। ਮਹਾਰਾਜ ਮਾਲਕ ਕੋਲ ਬੇਨਤੀ ਕਰ ਰਹੇ ਆ। ਪੰਜਵੀਂ ਪਾਤਸ਼ਾਹੀ ਕੱਕੇ ਨੂੰ ਔਂਕੜ ਲੱਗੀ ਆ, ਕਹਿੰਦੇ ਮੈਨੂੰ ਦਾਨ ਚਾਹੀਦਾ ਆ, ਮੈਨੂੰ ਜਿਹੜਾ ਹੈਗਾ ਸੰਤਾਂ ਦੀ ਸਾਧੂਆਂ ਦੀ ਜਿਹੜੀ ਹੈਗੀ ਆ ਜਿਹੜੇ ਤੇਰੇ ਰਸਤੇ 'ਤੇ ਚੱਲ ਰਹੇ ਆ ਉਹਨਾਂ ਦੀ ਜਿਹੜੀ ਹੈਗੀ ਚਰਨ ਧੂੜ, ਉਹਨਾਂ ਦੀ ਗਾਈਡੈਂਸ, ਉਹਨਾਂ ਦੀ ਸੰਗਤ ਚਾਹੀਦੀ ਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ ਨਿਜਰ ਸਾਹਿਬ। ਹੁਣ ਆ ਦੇਖੋ ਆਦਿ, ਆ ਦੁਬਾਰਾ ਬੋਲ ਦਿਓ ਤੁਕ। ਆਦਿ ਮੱਧ, ਆਦ ਮੱਧ ਔਰ ਅੰਤ ਪਰਮੇਸ਼ਰੇ ਰੱਖਿਆ। ਇਹ ਜਿਹੜੀ ਹੈਗੀ ਨਾ ਸ੍ਰਿਸ਼ਟੀ ਦੀ ਗੱਲ ਨਹੀਂ ਕਰ ਰਹੇ, ਸ੍ਰਿਸ਼ਟੀ ਦੇ ਆਦ ਮੱਧ ਔਰ ਅੰਤ ਦੀ ਇਹ ਗੱਲ ਕਰ ਰਹੇ ਆ। ਸਤਿਗੁਰੇ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ, ਇਹ ਗੱਲ ਕਰ ਰਹੇ ਆ ਅਭਿਆਸੀ ਦੀ, ਜਿਹਨੇ ਪਰਮਾਤਮਾ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ, ਜਿਹਨੂੰ ਗੁਰੂ ਮਿਲ ਗਏ, ਬ੍ਰਹਮ ਗਿਆਨੀ ਮਿਲ ਗਏ, ਬ੍ਰਹਮ ਗਿਆਨ ਮਿਲ ਗਿਆ, ਨਾਮ ਵਾਲਾ ਜਿਹੜਾ ਹੈਗਾ ਨੁਕਤਾ ਲੱਭ ਗਿਆ ਜਿਹਦੇ ਕੋਲ ਵੀ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਨਾਮ ਜਿਹੜਾ ਹੈ ਅੰਮ੍ਰਿਤ ਜਿਹੜਾ ਹੈਗਾ ਚੱਖ ਸਕੇਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿ ਰਹੇ ਨੇ ਕਿ ਆਦ ਮੱਧ ਔਰ ਅੰਤ ਪਰਮੇਸ਼ਰ ਰੱਖਿਆ, ਕਿਉਂਕਿ ਉਹ ਪਰਮਾਤਮਾ ਨੇ ਰੱਖਿਆ ਮਤਲਬ ਹਾਂ ਪਰਮਾਤਮਾ ਨੇ ਉਸ ਨੂੰ ਜਿਹੜਾ ਹੈ ਭਗਤੀ ਵਾਲੀ ਜਿਹੜੀ ਹੈਗੀ ਆ ਜਿਹੜਾ ਹੈ ਮਾਇਆ ਤੋਂ ਬਚਾਇਆ, ਮਾਲਕ ਨੇ ਬਚਾਇਆ ਹੈ। ਇਹ ਕਹਿਣ ਦਾ ਭਾਵ ਹੈ। ਸ਼ੁਰੂ ਤੋਂ ਲੈ ਕੇ ਉਸ ਦੀ ਜਰਨੀ ਦੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਔਰ ਵਿਚਾਲੇ ਵੀ ਉਸ ਨੂੰ ਜਦ ਤੱਕ ਉਹ ਅੰਮ੍ਰਿਤ ਨਾਮ ਨਹੀਂ ਮਿਲ ਗਿਆ ਤਦ ਤੱਕ ਉਸ ਮਾਲਕ ਪਰਮਾਤਮਾ ਨੇ ਹੀ ਉਹਦੀ ਰੱਖਿਆ ਕੀਤੀ ਹੈ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਕਿ ਪਰਮਾਤਮਾ ਹੀ ਹੈ ਜਿਸ ਨੇ ਰੱਖਿਆ ਕੀਤੀ ਹੈ। ਵੈਸੇ ਵੀ ਜੇਕਰ ਦੇਖਿਆ ਜਾਵੇ ਨਾ, ਅਸੀਂ ਜੇਕਰ ਅਧਿਆਤਮਿਕ ਜੀਵਨ ਦੇ ਵੱਲ ਗਤੀ ਕਰਦੇ ਹਾਂ ਤੇ ਇਹਦੀ ਪ੍ਰੇਰਨਾ ਸਾਨੂੰ ਕਿੱਥੋਂ ਆਈ? ਅਸਕਰ ਇਹ ਕਿਸੇ ਸ਼ਕਤੀ ਨੇ ਸਾਡੇ ਅੰਦਰ ਉਹ ਚੀਜ਼ ਪੈਦਾ ਕੀਤੀ, ਤਾਂ ਹੀ ਤੇ ਇਸ ਮਾਰਗ ਤੇ ਆਪਾਂ ਚੱਲੇ ਨਾ ਨਿਜਰ ਸਾਹਿਬ। ਬਿਲਕੁਲ। ਕਿਉਂਕਿ ਬੀਜ ਕਿੱਥੋਂ ਆਇਆ? ਬਾਅਦ ਦੇ ਵਿੱਚ ਉਹ ਵੱਖਰੀ ਗੱਲ ਹੈ ਕਿ ਆਪਾਂ ਉਹਨੂੰ ਪਾਣੀ ਪਾਇਆ, ਖਾਦ ਪਾਈ, ਪਰਵਰਿਸ਼ ਕੀਤੀ ਤੇ ਬੀਜ ਵੱਡਾ ਹੋ ਗਿਆ। ਅਸਕਰ ਇਹ ਜਿਹੜਾ ਅੰਦਰ ਇੱਛਾ ਰੂਪੀ ਬੀਜ ਸੀ ਉਹ ਕਿੱਥੋਂ ਪੈਦਾ ਹੋਇਆ? ਇਹ ਜੀ ਉਹੀ ਸਾਡੇ ਤੇ ਕਿਰਪਾ ਕਰਦਾ ਹੈ
ਔਰ ਸਾਡੀਆਂ ਕੁਝ ਏਦਾਂ ਦੀਆਂ ਚੀਜ਼ਾਂ ਨੇ ਸਾਡੇ ਜੀਵਨ ਦੇ ਵਿੱਚ ਕੁਛ ਨਾ ਕੁਛ ਤੇ ਚੰਗੇ ਕਰਮ ਅਸੀਂ ਕਰਦੇ ਹਾਂ, ਕੁਛ ਤੇ ਕੀਤਾ ਹੈ, ਜਿਹਦੇ ਬਦਲੇ ਹੀ ਸਾਨੂੰ ਇਹ ਚੀਜ਼ ਪ੍ਰਾਪਤ ਹੁੰਦੀ ਹੈ। ਫ੍ਰੀ 'ਚ ਨਹੀਂ ਮਿਲਦਾ, ਕਿਉਂਕਿ ਉਹ ਤੇ ਵੈਸੇ ਤੇ ਬ੍ਰਹਮ ਸਾਰਿਆਂ ਲਈ ਹੀ ਉਪਲਬਧ ਹੈ। ਹੁਣ ਇਹ ਥੋੜੀ ਕਿ ਬ੍ਰਹਮ ਮਨਾ ਕਰ ਰਿਹਾ ਹੈ, ਪਰ ਉੱਥੇ ਉਸ ਚੀਜ਼ ਨੂੰ ਸਮਝਣਾ ਇਹ ਜ਼ਰੂਰੀ ਹੈ ਕਿ ਜਿਹੜਾ ਜੇ ਉਪਲਬਧ ਹੈਗਾ, ਅਵੇਲੇਬਲ ਹੈ ਪ੍ਰਮਾਤਮਾ, ਬਟ ਉਧਰ ਇੱਛਾ ਜਿਹੜੀ ਪ੍ਰਗਟ ਹੋਣੀ ਆ ਉਹਦੇ ਲਈ ਸਾਡੀ ਕੋਈ ਯੋਗਤਾ ਹੈ, ਕਿਉਂਕਿ ਯੋਗਤਾ ਦੇ ਸਿਰ ਤੇ ਹੀ ਅਸੀਂ ਉਸ ਚੀਜ਼ ਨੂੰ ਕਲੇਮ ਕਰ ਸਕਦੇ ਹਾਂ। ਮਾਇਆ ਜੋ ਹੈ, ਮਾਇਆ ਆਪਣਾ ਕੰਮ ਕਰਦੀ ਹੈ। ਮਾਇਆ ਤੇ ਮਨਾ ਥੋੜੀ ਕਰਦੀ ਹੈ ਕਿ ਸਾਨੂੰ ਕੋਈ ਰੁਕਾਵਟ ਨਹੀਂ ਕਰਦੀ, ਸਾਡੇ ਕਿਸੇ ਕਾਰਜ ਦੇ ਵਿੱਚ ਸਾਨੂੰ ਰੋਕਣਾ ਨਹੀਂ ਚਾਹੁੰਦੀ। ਮਾਇਆ ਦੇਖੋ, ਤੁਸੀਂ ਆਪਣੇ ਜੀਵਨ ਤੇ ਨਜ਼ਰ ਮਾਰ ਕੇ ਦੇਖੋ, ਤੁਹਾਡੇ ਤੇ ਕਿਸੇ ਨੇ ਕੋਈ ਜ਼ਬਰਦਸਤੀ ਨਹੀਂ ਨਿਜਰ ਸਾਹਿਬ ਕੀਤੀ। ਇਸ ਨਿਜਰ ਸਾਹਿਬ ਜੋ ਵੀ ਆਪਾਂ ਕੰਮ ਕਰਦੇ ਆ ਨਾ, ਉਹਦਾ ਫੈਸਲਾ ਅਸੀਂ ਖੁਦ ਲੈਂਦੇ ਆ। ਬਿਲਕੁਲ ਗੋਰਖੀ ਸਾਹਿਬ। ਔਰ ਇਹਦੇ ਵਿੱਚ ਇੱਕ ਚੀਜ਼ ਜਿਹੜੀ ਹੈਗੀ ਆ ਉਹ ਆ ਹੈਗੀ ਕਿ ਬਈ ਆਪਾਂ ਨੇ ਨਾ ਕੁਛ ਜਿਹੜੇ ਪੁੰਨ ਹੈਗੇ ਉਹ ਪੁੰਨ ਕੀਤੇ ਆ, ਪੁੰਨ ਬੀਜੇ ਹੋਏ ਆ। ਆਪਾਂ ਜਿਹੜੇ ਹੈਗੇ ਆ ਜਿਹੜਾ ਹੈਗਾ ਦੂਸਰਿਆਂ ਦਾ ਕੋਈ ਭਲਾ ਕੀਤਾ ਹੈ, ਉਹਦੇ ਨਾਲ ਜਿਹੜਾ ਹੈਗਾ ਆਪਣੀ ਜਿਹੜੀ ਹੈ ਪ੍ਰੋਬੇਬਿਲਿਟੀ ਬਣ ਗਈ। ਔਰ ਮਾਲਕ ਨੇ ਜਿਹੜੀ ਹੈਗੀ ਅੱਗੇ ਜਿਹੜੀ ਹੈਗੀ ਆ ਜਿਹੜੀ ਹੈ ਲਿਵ ਵਾਲੀ ਆਪਣੇ ਅੰਦਰ ਜਿਹੜੀ ਹੈਗੀ ਕਣੀ ਜਿਹੜੀ ਹੈਗੀ, ਜਿਹੜਾ ਤੁਸੀਂ ਕਹਿ ਰਹੇ ਹੋ ਬਈ ਇੱਛਾ ਜਿਹੜੀ ਹੈਗੀ ਉਹ ਪਾ ਦਿੱਤੀ। ਹਾਂਜੀ ਵੀਰ ਜੀ। ਬਾਣੀ ਚ ਤੁਕ ਆਉਂਦੀ ਹੈ, ਬਿਨ ਭਾਗਾਂ ਸਤ ਸੰਗ ਨਾ ਲੱਭੇ। ਬਿਨਾਂ ਭਾਗਾਂ ਤੋਂ ਤੇ ਨਿਜਰ ਸਾਹਿਬ ਸਤ ਦਾ ਸੰਗ ਕਿੱਥੋਂ ਲੱਭ ਸਕਦਾ? ਨਹੀਂ ਲੱਭਦਾ ਜੀ। ਔਰ ਬਿਨ ਸੰਗਤ ਮੈਲ ਭਰੀ ਤੇ ਜੀ, ਉਹ ਮੈਲ ਜ਼ਰੂਰ ਭਰਦੀ ਹੈ ਭਾਈ, ਜੇ ਨਹੀਂ ਸਤ ਸੰਗ ਲੱਭਿਆ ਤੇ। ਹਾਂ, ਜੇ ਸੰਗਤ ਨਹੀਂ ਮਿਲੇਗੀ ਤੇ ਅੰਦਰ ਜਿਹੜੀ ਮਲੀਨਤਾ ਪ੍ਰਵੇਸ਼ ਕਰ ਜਾਂਦੀ ਹੈ, ਜਿਹੜੇ ਸੰਸਕਾਰ ਗਲਤ ਨੇ ਉਹਨਾਂ ਨੂੰ ਪ੍ਰਗਟ ਕਰ ਜਾਂਦੀ ਹੈ। ਦੇਖੋ, ਪੈਲੀ ਥੋੜੀ ਕਹਿੰਦੀ ਆ ਕਿ ਤੂੰ ਇੱਥੇ ਸਬਜ਼ੀ ਬੀਜ ਜਾਂ ਕੋਈ ਏਦਾਂ ਦਾ ਰੁੱਖ ਜੜੀ ਬੂਟੀ ਬੀਜ ਲੈ ਜਿਹਦਾ ਕੋਈ ਫਾਇਦਾ ਨਹੀਂ ਆ। ਪੈਲੀ ਕਹਿੰਦੀ ਜੋ ਵੀ ਤੂੰ ਬੀਜੇਗਾ ਮੈਂ ਉਹਨੂੰ ਫਲੀਭੂਤ ਕਰਾਂਗੀ। ਹਾਂ, ਜਾਂ ਕਿੱਕਰ ਬੀਜ ਲਾ, ਤੈਨੂੰ ਕੌਣ ਕਹਿ ਰਿਹਾ ਹੈ? ਹਾਂ, ਉਹ ਨਿਜਰ ਸਾਹਿਬ ਇਟ ਇਜ਼ ਆਵਰ ਚੁਆਇਸ, ਸਾਡੀ ਮਰਜ਼ੀ ਹੈ, ਸਾਡੀ ਇੱਛਾ ਹੈ। ਹਾਂਜੀ, ਅਗਲੇ ਬੰਨੇ ਦੇਖੀਏ, ਕਹਿੰਦੇ ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ। ਤੇ ਦੇਖੋ ਕਹਿੰਦੇ ਆ ਕਿ ਉਹ ਪਹਿਲੀ ਗੱਲ ਤੇ ਗੁਪਤ ਚੀਜ਼ ਹੈਗੀ ਆ। ਇਹ ਸੰਸਾਰ ਤੇ ਤੁਸੀਂ ਦੇਖੋ ਸਾਰੇ ਕਰਮਕਾਂਡ ਹੀ ਬੈਠੇ ਨੇ, ਜੀਵਨ ਦੇ ਵਿੱਚ ਕੋਈ ਉਚਾਈ ਥੋੜੀ ਹੈਗੀ ਹੈ ਨਾ। ਬਹੁਤ ਲੋ ਲੈਵਲ ਦਾ ਇਨਸਾਨ ਜੀਵਨ ਬਤੀਤ ਕਰ ਰਿਹਾ ਹੈ। ਔਰ ਜੇਕਰ ਕੋਈ ਧਰਮ ਦੇ ਵੱਲ ਆਉਂਦਾ ਹੈ ਤੇ ਇਹਦਾ ਮਤਲਬ ਕਿ ਉਹਨੂੰ ਕਿਸੇ ਜਗ੍ਹਾ ਤੋਂ ਥੋੜੀ ਬਹੁਤੀ ਜਾਗ ਲੱਗੀ ਹੈ, ਕੁਛ ਨਾ ਕੁਛ ਤੇ ਨਿਜਰ ਸਾਹਿਬ ਤੁਸੀਂ ਸਮਝਦੇ ਨਾ, ਜਿੱਦਾਂ ਆਪਾਂ ਹੁਣ ਮਨੀ ਪਲਾਂਟ ਹੀ ਆ। ਹੁਣ ਆਪਾਂ ਮਨੀ ਪਲਾਂਟ ਜੇ ਕਿਤੇ ਘਰ ਉੱਗਿਆ ਤੇ ਆਪਾਂ ਛੋਟੀ ਜਿਹੀ ਡਾਣੀ ਫੜ ਕੇ ਲੈ ਆਈਏ, ਤੁਸੀਂ ਵੇਖੋ ਸਾਡੇ ਘਰ ਵੀ ਉੱਗ ਪਏਗਾ। ਬਿਲਕੁਲ। ਕੁਦਰਤ ਨਿਜਰ ਸਾਹਿਬ ਸੋਰਸ ਤੇ ਗਿਆਨ ਦਾ ਹੋਣਾ ਨਾ ਕੋਈ ਹਵਾ ਚ ਗਿਆਨ ਕਿੱਥੋਂ ਆ ਜਾਊਗਾ? ਨਾ, ਕੋਈ ਵੀ ਚੀਜ਼ ਹੈ। ਦੇਖੋ ਸੰਗਤ ਜੀ, ਇਹ ਚੀਜ਼ ਆਪ ਸਮਝਣ ਦੀ ਕੋਸ਼ਿਸ਼ ਕਰੋ। ਹੁਣ ਆਪਾਂ ਇਹ ਗੁਰੂਆਂ ਤੋਂ ਲੈ ਰਹੇ ਗਿਆਨ, ਅਸਕਰ ਸਾਡੇ ਕੋਲ ਜੇ ਕੋਈ ਚੀਜ਼ ਪਹੁੰਚ ਰਹੀ ਹੈ ਉਹਦਾ ਕੋਈ ਸੋਰਸ ਤੇ ਹੋਊਗਾ ਨਾ। ਜੇ ਤੁਸੀਂ ਪੈਸੇ ਵੀ ਕਮਾਉਂਦੇ ਜੋ, ਅਸਕਰ ਤੁਸੀਂ ਕਿਤੇ ਕੰਮ ਕਰਦੇ ਜੋ, ਤਾਂ ਹੀ ਤੇ ਪੈਸਾ ਆਉਂਦਾ ਨਾ। ਉਹਦਾ ਫ੍ਰੀ ਚ ਤੇ ਕੁਛ ਵੀ ਨਹੀਂ ਹੋਣਾ। ਜ਼ੀਰੋ ਕੈਨ ਪ੍ਰੋਡਿਊਸ ਓਨਲੀ ਜ਼ੀਰੋ। ਕਹਿੰਦੇ ਜ਼ੀਰੋ ਜਿਹੜਾ ਹੈਗਾ ਉਹਦੇ ਚ ਜ਼ੀਰੋ ਹੀ ਬਣੇਗੀ, ਉਹ ਚ 1 2 ਤੇ ਨਹੀਂ ਨਾ ਬਣ ਸਕਦੇ। ਇਹਦਾ ਮਤਲਬ ਜੇ 1 2 ਰੇਖਾ ਬਣੇ ਨੇ, ਡਿਜਿਟ ਬਣੇ ਨੇ, ਤੇ ਉਹ ਉੱਥੋਂ ਆਪਾਂ ਕੁਛ ਲੈ ਸਕਦੇ। ਹੁਣ ਇਹ ਚੀਜ਼ ਨੂੰ ਸਮਝੋ ਕਿ ਜਿਹੜਾ ਇਨਸਾਨ ਹੈ ਤੇ ਸਾਰੇ ਆਤਮਾ ਦੇ ਵਿੱਚ ਹੀ ਆਪਾਂ, ਆਤਮਾ ਮੇਨ ਪਰਮਾਤਮਾ। ਦੇਖੋ ਅਸਲ ਦੇ ਵਿੱਚ ਕੀ ਹੁੰਦਾ ਕਿ ਜਿਹੜਾ ਧਰਮ ਹੈ ਨਾ, ਇਹਦੀਆਂ ਜੜ੍ਹਾਂ ਹੁੰਦੀਆਂ ਆਤਮਾ ਦੇ ਵਿੱਚ। ਤੇ ਜਦੋਂ ਆਪਾਂ 5 ਔਗਣਾਂ ਦਾ ਸੰਗ ਕਰਦੇ ਆ ਤੇ ਹੌਲੀ ਹੌਲੀ ਕਰਕੇ ਜਿਹੜੀਆਂ ਜੜ੍ਹਾਂ ਨਾ ਧਰਮ ਦੀਆਂ, ਕਿਉਂਕਿ ਧਰਮ ਕਿੱਥੋਂ ਆਉਣਾ ਹੈ? ਆਤਮਾ ਚ ਹੀ ਆਉਣਾ ਹੈ, ਕਿਉਂਕਿ ਆਤਮਾ ਨੇ ਹੀ ਸਾਰੇ ਸੰਸਾਰ ਨੂੰ ਜੇ ਇੱਕ ਮੋਤੀਆਂ ਦੀ ਮਾਲਾ ਦੇ ਰੂਪ ਚ ਪਰੋਇਆ ਹੈ ਨਾ, ਤੇ ਉਹ ਧਰਮ ਦੇ ਸਿਰ ਤੇ ਆ, ਹੁਕਮ ਦੇ ਸਿਰ ਤੇ, ਜੋ ਸਹੀ ਹੈ। ਔਰ ਉਹ ਉਸਨੂੰ ਉਸੇ ਤਰ੍ਹਾਂ ਹੀ ਸੈਟਿੰਗ ਕੀਤੀ ਹੋਈ ਹੈ।
ਪਰ ਬੰਦਾ ਕੀ ਕਰਦਾ ਕਿ ਹੌਲੀ ਹੌਲੀ ਕਰਕੇ ਇਹ ਕਰਦਾ ਹੈ ਕਿ ਔਗਣਾ ਦਾ ਸੰਗ ਕਰਦਾ ਹੈ। ਔਰ ਜਦੋਂ ਅਸੀਂ ਆਪਾਂ ਆਪਣੇ ਜੀਵਨ ਤੇ ਨਜ਼ਰ ਮਾਰੀਏ, ਪਲੀਜ਼ ਮੈਂ ਕਹਿੰਦਾ ਕਿ ਤੁਸੀਂ ਆਪਣੇ ਜੀਵਨ ਤੇ ਨਜ਼ਰ ਮਾਰੋ, ਤੁਹਾਨੂੰ ਖੁਦ ਪਤਾ ਲੱਗ ਜਾਊਗਾ ਕਿ ਤੁਹਾਡਾ ਜਿਹੜਾ ਜੀਵਨ ਦਾ ਜਿਹੜਾ ਬੇਸ ਸੀ ਜਾਂ ਪਹਿਲਾ ਜੋ ਬੀਤਿਆ ਜੀਵਨ ਸੀ ਉਹਦਾ ਬੇਸ ਕੀ ਹੈ, ਉਹਦਾ ਮੁੱਢ ਕੀ ਹੈ। ਕਿ ਸੱਚੀ ਤੁਹਾਡਾ ਜੀਵਨ ਧਰਮ ਦੇ ਬੇਸ ਤੇ ਸੀ? ਤੁਸੀਂ ਈਰਖਾ ਤੋਂ, ਵਿਰਾਗ ਤੋਂ, ਕਾਮ, ਕ੍ਰੋਧ, ਲੋਭ, ਹੰਕਾਰ ਤੋਂ ਬਚੇ ਸੀ? ਆਪ ਜਸਟ ਦੇਖੋ। ਹੁਣ ਜਦੋਂ ਆਪਾਂ ਦੇਖਦੇ ਹਾਂ ਆਪਣੇ ਜੀਵਨ ਤੇ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਜਿਹੜਾ ਪਹਿਲਾ ਜੀਵਨ ਬਤੀਤ ਕੀਤਾ ਹੈ ਨਾ, ਉਹ ਜੀਵਨ ਏਡਾ ਵਧੀਆ ਨਹੀਂ ਸੀ। ਉਹ ਜਸਟ ਮਤਲਬ ਕਹਿ ਲਓ ਕਿ ਅਸੀਂ ਸੁੱਤਿਆਂ ਜੀਵਨ ਬਤੀਤ ਕੀਤਾ। ਤੇ ਜ਼ਿਆਦਾਤਰ ਜਿਹੜਾ ਸਾਡਾ ਜੀਵਨ ਹੈ ਉਹ 5 ਔਗਣਾਂ ਦੇ ਉੱਤੇ ਚੱਲਿਆ। ਹੁਣ ਆ ਕਿਰਪਾ ਹੋਈ, ਸਾਨੂੰ ਰੱਬ ਨੇ ਇਹ ਸੰਗਤ ਦਿੱਤੀ ਤੇ ਸਾਨੂੰ ਹੁਣ ਗਿਆਨ ਹੋਇਆ ਕਿ ਜਿਹੜੀ ਮਨ ਦੀ ਸ਼ਾਂਤੀ ਹੈ ਇਹ ਭਗਤੀ ਤੋਂ ਬਿਨਾਂ ਨਹੀਂ ਆ ਸਕਦੀ। ਦੇਖੋ ਜਿਹੜਾ ਮਨ ਆ, ਮਨ ਨੇ ਉਨਾ ਚਿਰ ਤੱਕ ਸ਼ਾਂਤ ਨਹੀਂ ਹੋਣਾ ਜਿੰਨਾ ਚਿਰ ਤੱਕ ਇਹ ਆਤਮਾ ਦੇ ਚਰਨਾਂ 'ਚ ਨਹੀਂ ਜਾਂਦਾ। ਔਰ ਆਤਮਾ ਦੇ ਚਰਨਾਂ 'ਚ ਪਹੁੰਚਣ ਦੇ ਲਈ ਇਹਨੂੰ ਭਗਤੀ ਦੀ ਜ਼ਰੂਰਤ ਹੈ। ਇਹਨੂੰ ਵਿਚਾਰ ਬੰਦ ਕਰਨ ਦੀ ਜ਼ਰੂਰਤ ਹੈ। ਹਾਂ, ਭਗਤੀ ਹੀ ਇੱਕ ਐਸਾ ਮਾਰਗ ਆ, ਹੋਰ ਕੋਈ ਸਾਧਨ ਨਹੀਂ ਹੈਗਾ। ਦੇਖੋ ਜਿਹੜਾ ਕਰਮ ਹੈ ਨਾ, ਕਰਮ ਕਰਨਾ ਇਹ ਇੱਕ ਅਲੱਗ ਚੀਜ਼ ਹੈ। ਤੁਸੀਂ ਡਾਇਰੈਕਟ ਕਰਮ ਨਹੀਂ ਕਰ ਸਕਦੇ। ਹੁਣ ਕ੍ਰਿਸਚਨ ਲੋਕ ਵੇਖੋ, ਉਹ ਬਹੁਤ ਦਾਨ ਕਰਦੇ ਆ, ਇਹਦੇ ਵੀ ਲੋੜ ਪੈਂਦੀ ਆ, ਸਾਰੇ ਉਹ ਲੋਕ ਦਾਨ ਕਰਨ ਦੇ ਲਈ ਅੱਗੇ ਆਉਂਦੇ ਨੇ। ਪਰ ਆਪ ਜਸਟ ਸੋਚੋ ਕਿ ਦਾਨ ਕਰਨ ਦੇ ਨਾਲ ਤੁਹਾਨੂੰ ਸੁੱਖ ਮਿਲ ਜਾਣਗੇ, ਇਹ ਜਨਮ 'ਚ ਵੀ ਮਿਲ ਜਾਣਗੇ, ਅਗਲੇ ਜਨਮ 'ਚ ਵੀ ਮਿਲ ਜਾਣਗੇ। ਪਰ ਜੇਕਰ ਤੁਸੀਂ ਸੋਚੋ ਕਿ ਦਾਨ ਪੁੰਨ ਕਰਨ ਦੇ ਨਾਲ ਤੁਹਾਨੂੰ ਮੁਕਤੀ ਮਿਲ ਜਾਏਗੀ, ਇਹ ਪੋਸੀਬਲ ਨਹੀਂ ਆ। ਕਿਉਂਕਿ ਜਿਹੜੀ ਮੈਂ ਭਾਵ ਆ, ਜਿਹੜੀ ਹਉਮੈ ਹੈ, ਹਉਮੈ ਦਾਨ ਕੀਤਿਆਂ ਵੀ ਉਸੇ ਤਰ੍ਹਾਂ ਹੀ ਰਹਿੰਦੀ ਆ। ਉਹਨੂੰ ਸਤੋਗੁਣੀ ਹੰਕਾਰ ਕਹਿੰਦੇ ਆਪਾਂ। ਗ੍ਰੰਥਾਂ ਦੇ ਵਿੱਚ ਤੇ ਲਿਖਿਆ ਹੈ ਕਿ ਸਤੋਗੁਣੀ ਹੰਕਾਰ ਹੈ, ਉਹਦੇ ਵਿੱਚ ਬੰਦੇ ਦੇ ਅੰਦਰ ਹੰਕਾਰ ਆਉਂਦਾ ਹੈ। ਫਿਰ ਬੰਦਾ ਕਲੇਮ ਵੀ ਕਰ ਦਿੰਦਾ ਹੈ ਕਿ ਮੈਂ ਕੀਤਾ, ਮੈਂ ਤੇਰੀ ਮਦਦ ਕੀਤੀ ਜਾਂ ਕੁਛ ਵੀ ਕੀਤਾ। ਉੱਥੇ ਤੁਸੀਂ ਕਿਸੇ ਦਾ ਭਲਾ ਵੀ ਕਰਦੇ ਜੋ, ਪਰ ਉਹਦੇ ਵਿੱਚ ਤੁਸੀਂ ਹਉਮੈ ਲਾ ਦਿੰਦੇ। ਤੇ ਉਹਦੇ ਨਾਲ ਕੀ ਹੋਵੇਗਾ ਕਿ ਉਹ ਜਿਹੜਾ ਤੁਹਾਡਾ ਕੀਤਾ ਕਰਮ ਆ ਉਹਨੇ ਫਲੀਭੂਤ ਹੋਣਾ। ਕਿਉਂਕਿ ਮੈਂ ਵਿੱਚ ਆ ਗਈ ਨਾ ਨਿੱਜ ਸਾਹਿਬ, ਚਾਹੇ ਤੁਸੀਂ ਬੁਰਾ ਕੰਮ ਕਰੋ ਚਾਹੇ ਤੁਸੀਂ ਚੰਗਾ ਕੰਮ ਕਰੋ। ਇਸੇ ਲਈ ਇਹ ਜਿਹੜੀ ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ, ਇਹ ਤਿੰਨੇ ਗੁਣ ਜਿਹੜੇ ਹੈਗੇ ਆ ਇਹ ਫਲਦਾਈ ਨੇ। ਇਹਨਾਂ ਨੇ ਤੁਹਾਨੂੰ ਫਲ ਦੇਣਾ। ਜੇ ਆਪਾਂ ਮਾੜਾ ਕੰਮ ਕਰਦੇ ਹਾਂ ਤੇ ਉਹਦਾ ਇੱਕ ਅਲੱਗ ਫਲ ਮਿਲੇਗਾ, ਤੇ ਜੇ ਆਪਾਂ ਇੱਕ ਚੰਗਾ ਕਰਮ ਕਰ ਰਹੇ ਹਾਂ ਤੇ ਉਹਦਾ ਸਾਨੂੰ ਫਲ ਅਲੱਗ ਮਿਲੇਗਾ। ਹਾਂਜੀ, ਤੇ ਇਹ ਅਗਲੇ ਬੰਨੇ ਨਿੱਜਾ ਸਾਹਿਬ ਬੋਲੋ। ਜਦ ਸਤਿਗੁਰੂ ਜਿਹੜੇ ਹੈਗੇ ਬ੍ਰਹਮ ਗਿਆਨੀ ਆ ਗਏ ਜੀਵਨ ਦੇ ਵਿੱਚ, ਆਪਾਂ ਨੇ ਜਿਹੜਾ ਹੈਗਾ ਉਹ ਪਰਮੇਸ਼ਰ ਦੇ ਜਿਹੜਾ ਹੈਗਾ ਲਿਵ ਵਾਲੇ ਰਸਤੇ 'ਤੇ ਚੱਲਣਾ ਜਿਹੜਾ ਹੈਗਾ, ਆਪਾਂ ਨੇ ਆਪਣੇ ਅੰਦਰ ਜਿਹੜੀ ਇੱਛਾ ਆ ਗਈ। ਅਤੇ ਇਹ ਅੰਮ੍ਰਿਤ ਜਿਹੜਾ ਹੈਗਾ, ਇਹ ਨਾਮ ਜਿਹੜਾ ਹੈਗਾ, ਇਹ ਕਿਵੇਂ ਮਿਲਦਾ ਆ, ਕਿਵੇਂ ਅੰਮ੍ਰਿਤ ਚੱਕਦੇ ਹਾਂ ਆਪਾਂ? ਸਾਧਾ ਸੰਗ ਅਪਾਰ ਅਨਦਿਨ ਹਰ ਗੁਣ ਰਵੇ। ਕਹਿੰਦੇ ਸਾਧ ਸੰਗਤ ਦੇ ਵਿੱਚ ਉਸ ਅਪਾਰ ਮਾਲਕ ਪਰਮਾਤਮਾ ਦੇ, ਜਿਹਦਾ ਪਾਰਾਵਾਰ ਨਹੀਂ ਹੈ, ਉਹਦੀ ਅਨਦਿਨ ਭਗਤੀ ਕਰਦਾ ਹੈ ਇਨਸਾਨ। ਔਰ ਫਿਰ ਜਿਹੜਾ ਵੀ ਮਾਲਕ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ, ਜਿਹਨੇ ਆਪਣੀ ਆਤਮਾ ਵੱਲ ਨੂੰ ਚੱਲਣਾ ਸ਼ੁਰੂ ਕਰਤਾ, ਜਿਹਨੇ ਆਪਣੇ ਵਿਚਾਰ ਬੰਦ ਕਰਨੇ ਸ਼ੁਰੂ ਕਰਤੇ, ਪਾਏ ਮਨੋਰਥ ਸਭ ਜੋਨੀ ਨਹਿ ਪਵੇ, ਉਹ ਜੂਨਾਂ ਦੇ ਵਿੱਚ ਨਹੀਂ ਜਾਏਗਾ ਪਾਏ। ਜਿਹਦੇ ਅੰਦਰ ਜਿਹਨੇ ਥੋੜ੍ਹੀ ਵੀ ਭਗਤੀ ਕੀਤੀ ਹੈ ਨਾ, ਤੇ ਉਹਨੂੰ ਜੂਨਾਂ ਦੇ ਵਿੱਚ ਨਹੀਂ ਲਿਜਾ ਸਕਦਾ ਕਾਲ, ਕਿਉਂਕਿ ਉਹਦੇ ਕੋਲ ਥੋੜ੍ਹਾ ਜਿਹਾ ਧਨ ਹੈਗਾ ਭਾਈ, ਬਚਣ ਦਾ ਜਿਹੜਾ ਹੈਗਾ ਉਹਦੇ ਕੋਲ ਰੀਜ਼ਨ ਹੈਗਾ। ਉਹਨੇ ਮਨੁੱਖੀ ਜੀਵਨ ਪਾਈ ਹੈ, ਉਹਨੇ ਭਗਤੀ ਕੀਤੀ ਹੈ। ਹਾਂਜੀ ਗੋਲਕੀ ਸਾਹਿਬ। ਹਾਂਜੀ ਠੀਕ ਹੈ ਜੀ। ਫਿਰ ਕਹਿੰਦੇ ਆ ਕਿ ਸਾਧ ਸੰਗ ਅਪਾਰ ਆਂਦੇ ਗੁਣ ਹਰ ਗੁਣ ਗਾ ਰਵੇ। ਹਾਂਜੀ, ਤੇ ਜਿਹੜੀ ਸੰਗਤ ਆ, ਹੁਣ ਆਪਾਂ ਗੁਰਮੁਖਾਂ ਦੀ ਸੰਗਤ ਕਰਦੇ ਹਾਂ, ਠੀਕ ਹੈ ਜੀ। ਆਪਾਂ ਸਾਰੇ ਗੁਰਮੁਖੀ ਹਾਂ, ਇੱਕ ਦੂਜੇ ਦੇ ਚੰਗਿਆਈ ਸਾਡੇ ਤੋਂ ਤੁਹਾਡੇ ਤੋਂ ਸਾਡੇ 'ਚ ਏਦਾਂ ਚੱਲਦੀ ਹੈ। ਤੇ ਦੇਖੋ ਪਤਾ ਕੀ ਹੁੰਦੀ ਹੈ, ਸੰਗਤ ਜਿਹੜੀ ਹੁੰਦੀ ਹੈ ਨਾ, ਦੇਖੋ ਇਹ ਕੋਈ ਨਹੀਂ ਫਰਕ ਪੈਂਦਾ, ਭਾਵੇਂ ਸਾਡੇ 'ਚ ਜਿੰਨੇ ਮਰਜ਼ੀ ਔਗਣ ਹੋਣ,
ਪਰ ਜਦੋਂ ਆਪਾਂ ਪਰਮਾਤਮਾ ਦੀ ਆਪਾਂ ਉਸਤਤ ਕਰਦੇ ਆ, ਉਹਦੇ ਗੁਣ ਗਾਉਂਦੇ ਆ, ਇਹ ਸੰਗਤ ਆ, ਇਹੋ ਹੀ ਸਤਸੰਗ ਆ ਨਿਜਰ ਸਾਹਿਬ। ਬਿਲਕੁਲ, ਕਿਉਂਕਿ ਹੋਰ ਕੋਈ ਸਤਸੰਗ ਨਹੀਂ ਹੈਗਾ ਜੇ। ਇੱਥੇ ਆਪਾਂ ਨਾ ਤੁਸੀਂ ਸਾਨੂੰ ਜਾਣੋ ਨਾ ਹੀ ਤੁਹਾਨੂੰ ਜਾਣੀਏ, ਨਾ ਕੋਈ ਲੈਣਾ ਨਾ ਕੋਈ ਦੇਣਾ, ਸਾਡੇ ਕੇਵਲ ਵਿਚਾਰ ਥੋੜੇ ਰਲਦੇ ਨੇ ਤੇ ਆਪਾਂ ਆ ਕੇ ਸੰਗ ਕਰਦੇ ਆ। ਇਹ ਬਹੁਤ ਇਹੋ ਸੰਗ ਤੇ ਬਾਣੀ ਕਹਿੰਦੀ ਹੈ, ਬਿਨ ਭਾਗਾਂ ਸਤ ਸੰਗ ਨਾ ਲੱਭੇ। ਇਹ ਸੰਗ ਜਿਹੜਾ ਹੈ ਬੜਾ ਕੀਮਤੀ ਹੈ, ਕਿਉਂਕਿ ਇਹਨੇ ਤੁਹਾਡੇ ਅੰਦਰ ਹਲਚਲ ਪੈਦਾ ਕਰ ਦੇਣੀ ਹੈ। ਹਰ ਦਿਨ ਲਗਾਤਾਰ ਉਹ ਕੁਛ ਨਾ ਕੁਛ ਅੰਦਰ ਵਿਚਾਰ ਚੱਲਦੇ, ਫਿਰ ਤੁਸੀਂ ਵੇਖੋ ਤੁਸੀਂ ਚੱਲਦੇ ਜੋ ਜੀਵਨ 'ਚ ਆਪਣੇ ਤੁਸੀਂ ਵਿਚਰ ਰਹੇ, ਫਿਰ ਉਹਦੇ ਵਿੱਚ ਤੁਹਾਡੇ ਅੰਦਰ ਉਹ ਜਿਹੜੀਆਂ ਕਥਾ ਕਹਾਣੀਆਂ ਸੁਣਨੀਆਂ, ਇਹ ਤੁਹਾਡੇ ਅੰਦਰ ਇਹਨਾਂ ਨੇ ਸਫਾਈ ਕਰਨੀ ਹੈ ਤੇ ਤੁਹਾਡੇ ਜਿਹੜੇ ਕਰਮ ਨੇ ਜਿਹੜੇ ਤੁਹਾਡੇ ਉਹ ਸੁਧਰ ਜਾਣਗੇ। ਤੁਹਾਨੂੰ ਪਤਾ ਲੱਗ ਜਾਣਾ ਵੀ ਆਹ ਜਿਹੜਾ ਕੰਮ ਸਹੀ ਨਹੀਂ ਹੈਗਾ, ਪਹਿਲਾਂ ਮੈਂ ਕਰਦਾ ਸੀ ਉਹ ਗੱਲ ਵੱਖਰੀ ਸੀ, ਪਰ ਹੁਣ ਇਹ ਧਰਮ ਦੇ ਅਨੁਸਾਰ ਇਹ ਗਲਤ ਹੈ। ਅੰਦਰ ਚਿੰਤਨ ਪੈਦਾ ਹੋ ਗਿਆ, ਚੇਤਨਾ ਪ੍ਰਗਟ ਹੋ ਗਈ। ਪਹਿਲਾਂ ਬੇਹੋਸ਼ੀ 'ਚ ਜੀਵਨ ਬਤੀਤ ਹੋ ਰਿਹਾ ਸੀ, ਮੈਂ ਸੋਚਦਾ ਸੀ ਕਿ ਜੋ ਮੈਂ ਕਹਿ ਰਿਹਾ ਬਿਲਕੁਲ ਸਹੀ ਹੈ, ਇਸੇ ਤਰ੍ਹਾਂ ਹੋਣਾ ਚਾਹੀਦਾ, ਪਰ ਹੁਣ ਤੁਸੀਂ ਵੇਖੋਗੇ ਕਈ ਗੱਲਾਂ ਦੇ ਉੱਤੇ ਤੁਸੀਂ ਸਟੈਪ ਬੈਕ ਕਰ ਲੈਂਦੇ, ਜੋ ਤੁਸੀਂ ਕਹਿੰਦੇ ਨਹੀਂ ਯਾਰ ਇਹ ਬੰਦਾ ਵੀ ਸਹੀ ਹੈ। ਕਿਉਂ ਇਹ ਵਿਚਾਰ ਕਿੱਥੋਂ ਆਇਆ? ਪਹਿਲਾਂ ਕਿਉਂ ਨਹੀਂ ਸੀ? ਪਹਿਲਾਂ ਤੇ ਓਵਰ ਪਾਵਰ ਸੀ, ਆਪਾਂ ਨਹੀਂ ਮੰਨਦਾ ਸੀ ਤੇ ਆਪਾਂ ਕ੍ਰੋਧ 'ਚ ਆ ਜਾਂਦੇ ਹਾਂ ਤੇ ਜ਼ਬਰਦਸਤੀ ਅਗਲੇ ਨੂੰ ਮਨਾ ਦਿੰਦੇ ਹਾਂ ਚੀਜ਼। ਪਰ ਹੁਣ ਏਦਾਂ ਹੋ ਗਿਆ ਕਿ ਅੰਦਰ ਚੇਤਨਾ ਪ੍ਰਗਟ ਹੋ ਗਈ ਹੈ ਤੇ ਮਹਿਸੂਸ ਹੁੰਦਾ ਹੈ ਕਿ ਨਹੀਂ ਯਾਰ ਅਗਲੇ ਦੀ ਫੀਲਿੰਗ ਹੈਗੀ ਹੈ। ਸੋ ਇਹ ਗੱਲਾਂ ਜਿਹੜੀਆਂ ਨੇ ਤੁਹਾਡੀ ਅੰਦਰ ਦੀ ਉਚਾਈ ਦੇ ਕਰਕੇ ਤੁਹਾਨੂੰ ਤੁਹਾਡੇ ਜੀਵਨ 'ਚ ਮਿਲ ਰਹੀਆਂ ਨੇ, ਕਿਉਂਕਿ ਜੇਕਰ ਅੰਦਰ ਉਚਾਈ ਨਹੀਂ ਆਈ ਤੇ ਇੰਨਾ ਚਿੰਤਨ ਵੀ ਕਿੱਥੋਂ ਹੋਣਾ? ਕੌਣ ਸੋਚਦਾ? ਅੱਜ ਕੱਲ ਤੁਸੀਂ ਵੇਖੋ ਲੋਕਾਂ ਨੂੰ ਕਹੋ ਕਿ ਬਈ ਆਹ ਦੇਖ ਇਹ ਗਲਤ ਕੰਮ ਹੈ, ਉਹ ਕਹਿੰਦਾ ਕਿਹੜਾ ਕੰਮ ਗਲਤ ਹੈ? ਮੇਰੇ ਲਈ ਤਾਂ ਬਹੁਤ ਵਧੀਆ, ਤੇਰੇ ਲਈ ਗਲਤ ਤੇ ਨਾ ਕਰ, ਪਰ ਮੈਂ ਤੇ ਏਦਾਂ ਹੀ ਕਰੂੰਗਾ, ਕਿਉਂਕਿ ਉਹਨੇ ਆਪਣੇ ਆਪ ਨੂੰ ਕਨਵਿੰਸ ਕਰ ਲਿਆ ਕਿ ਇਹ ਕੰਮ ਬਿਲਕੁਲ ਸਹੀ ਹੈ। ਹੁਣ ਅਗਲੇ ਬੰਨੇ ਦੇਖੋ, ਹਾਂ ਨਿਜਰ ਸਾਹਿਬ ਅਗਲੀ ਤੁਕ ਬੋਲ ਦੋ। ਹਾਂ, ਪਾਇਮ ਇਹ ਹੋ ਗਿਆ, ਸਭ ਕਿਛ ਕਰਤੇ ਹੱਥ ਕਾਰਨ ਜੋ ਕਰੈ। ਕਹਿੰਦੇ ਸਾਰਾ ਕੁਛ ਉਸ ਮਾਲਕ ਦੇ ਹੱਥ ਦੇ ਵਿੱਚ ਆ, ਉਹ ਕਰਤਾ ਆ, ਕਾਰਨ ਕੋਨੇ ਦੁਨੀਆ ਬਣਾਈ ਹੈ ਸਾਰੀ ਸਾਰੀ, ਉਹਨੂੰ ਪਾਲ ਰਿਹਾ ਆ। ਤੂੰ ਦੱਸ ਤੈਨੂੰ ਕੀ ਚਾਹੀਦਾ ਹੈ ਭਾਈ, ਤੂੰ ਦੱਸ ਤੈਨੂੰ ਕੀ ਚਾਹੀਦਾ ਆ। ਨਾਨਕ ਮੰਗੇ ਦਾਨ ਸੰਤਾਂ ਧੂਰ ਧਰੈ। ਮਹਾਰਾਜ ਪੰਜਵੀਂ ਪਾਤਸ਼ਾਹੀ ਕਹਿ ਰਹੇ ਮੈਨੂੰ ਜਿਹੜਾ ਹੈਗਾ ਮਾਲਕਾ, ਮੈਨੂੰ ਜਿਹੜਾ ਸਾਧ ਸੰਗਤ ਸੰਤਾਂ ਦੀ ਧੂੜ ਚਾਹੀਦੀ ਹੈ, ਮੈਨੂੰ ਵਿਵੇਕ ਬੁੱਧੀ ਚਾਹੀਦੀ ਹੈ, ਮੈਨੂੰ ਸਤ ਸੰਗ ਚਾਹੀਦਾ ਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਦੇਖੋ ਉਹ ਕਹਿ ਰਹੇ ਨੇ ਕਿ ਪ੍ਰਮਾਤਮਾ ਦੇ ਹੱਥ 'ਚ ਵਿੱਚ ਹੈ ਸਾਰਾ ਕੁਛ, ਪਰ ਹੈ ਵੀ ਉਹਦਾ। ਇਹਦੇ ਕਿ ਸਾਡਾ ਕੋਈ ਜ਼ਿਆਦਾ ਵੱਡਾ ਕੰਮ ਥੋੜੀ ਹੈ। ਅਸੀਂ ਕੀ ਕੀਤਾ? ਅਸੀਂ ਉਹਦੇ ਦਿੱਤੀਆਂ ਹੋਈਆਂ ਦਾਤਾਂ ਨੂੰ ਇਸਤੇਮਾਲ ਕਰਦੇ ਹਾਂ, ਕੋਈ ਚੀਜ਼ ਬਣਾ ਲੈਂਦੇ ਹਾਂ। ਆਪਾਂ ਕੋਈ ਚੀਜ਼ ਹਵਾ 'ਚ ਥੋੜੀ ਪੈਦਾ ਕਰ ਸਕਦੇ ਹਾਂ, ਨਹੀਂ, ਇਹ ਤੇ ਸਾਰਾ ਆਲਰੇਡੀ ਹੈਗਾ ਹੈ ਧਰਤੀ ਦੇ ਅੰਦਰ। ਬਿਲਕੁਲ, ਇਨਗ੍ਰੇਡੀਐਂਟ ਤਾਂ ਮਾਲਕ ਨੇ ਬਣਾਏ ਆ ਨਾ। ਹਾਂ, ਆਪਾਂ ਤਾਂ ਕੋਈ ਸਬਜ਼ੀ ਵੀ ਨਹੀਂ ਤਿਆਰ ਕੀਤੀ ਅਜੇ ਤੱਕ, ਕੋਈ ਫਰੂਟ। ਇਹ ਸਭ ਚੀਜ਼ਾਂ ਜਿਹੜੀਆਂ ਨੇ ਇਹ ਆਲਰੇਡੀ ਇੱਥੇ ਮੌਜੂਦ ਸੀ, ਸਾਡੇ ਲਈ ਫੈਸਿਲਿਟੀ ਅਵੇਲੇਬਲ ਸੀ, ਤੇ ਉਹ ਹੁਣ ਆਪਾਂ ਉਹਨਾਂ ਦਾ ਪ੍ਰਯੋਗ ਹੀ ਕਰ ਰਹੇ ਹਾਂ। ਬਾਕੀ ਤੇ ਮੇਰੇ ਹਿਸਾਬ ਨਾਲ ਤੇ ਆਪਾਂ ਕੋਈ ਖਾਸ ਵੱਡੀ ਕੋਈ ਕਾਢ ਤੇ ਕੱਢੀ ਨਹੀਂ ਆ। ਹਾਂ, ਜਿਹੜੀਆਂ ਚੀਜ਼ਾਂ ਸੀ ਉਹਨਾਂ ਨੂੰ ਲੱਭ ਲਿਆ। ਇਹਦਾ ਮਤਲਬ ਲੱਭ ਲਿਆ ਮਤਲਬ ਕਿ ਉਹ ਹੈਗੀਆਂ ਨੇ, ਪਹਿਲਾਂ ਹੀ ਸੀ। ਇਹ ਜਿਹੜੀ ਟੈਕਨੋਲੋਜੀ ਆਪਾਂ ਯੂਜ਼ ਕਰ ਰਹੇ ਹਾਂ, ਇਹ ਟੈਕਨੋਲੋਜੀ ਆਲਰੇਡੀ ਧਰਤੀ ਦੇ ਅੰਦਰ ਹੈ, ਅਸੀਂ ਤੇ ਇਹਨੂੰ ਡਿਸਕਵਰ ਕੀਤਾ ਹੈ। ਔਰ ਮੈਂ ਤੇ ਇਹ ਵੀ ਦੇਖਦਾ ਹਾਂ ਕਿ ਕੁਦਰਤ ਦੇ ਵੱਲੋਂ ਕੋਈ ਬੰਦੇ ਵੀ ਧਰਤੀ ਤੇ ਸਪੈਸ਼ਲ ਆਉਂਦੇ ਨੇ ਨਿਜਰ ਸਾਹਿਬ, ਜਿਹੜੇ ਫਾਰਮੂਲਾ ਦੇ ਕੇ ਜਾਂਦੇ ਨੇ। ਬਿਲਕੁਲ ਸਹੀ ਗੱਲ ਹੈ। ਨਹੀਂ ਤਾਂ ਜਿਹੜਾ ਹੈਗਾ ਟਾਈਮ ਟੂ ਟਾਈਮ, ਹੁਣ ਜਿੱਦਾਂ ਆ ਮੋਬਾਈਲ ਦੀ ਟੱਚ ਦਾ ਕੋਈ ਸਿਸਟਮ ਸੀ, ਇਹ ਕੋਈ ਬੰਦੇ ਸਪੈਸ਼ਲ ਬੰਦਾ ਆਇਆ ਜਿਹਨੇ ਚੀਜ਼ ਨੂੰ ਡਿਸਕਵਰ ਕਰ ਲਿਆ। ਹਾਂ, ਬਿਲਕੁਲ ਸਹੀ ਗੱਲ ਹੈ। ਇੱਥੋਂ ਤੱਕ ਜਿਹੜੇ ਵੱਡੇ ਬੰਬ ਵੀ ਬੰਦੇ ਬਣਾਉਂਦੇ ਨੇ, they are special people, they come to give the message। ਉਹ ਮੈਸੇਜ ਕਨਵੇ ਕੀਤਾ, ਲੋਕਾਂ ਨੂੰ ਦੱਸਤਾ, ਆਪ ਚਲ ਗਏ। ਇਹ ਹੈ ਸਿਸਟਮ, ਏਦਾਂ ਦਾ ਸਿਸਟਮ ਹੈ। ਉਹ ਨੈਗੇਟਿਵਿਟੀ ਵਾਲੇ ਵੀ ਹੁੰਦੇ ਆ, ਨੈਗੇਟਿਵਿਟੀ ਵਾਲੇ ਵੀ ਹੁੰਦੇ ਆ ਤੇ ਪੋਜ਼ਿਟਿਵਿਟੀ ਵਾਲੇ ਵੀ ਹੁੰਦੇ। ਹਾਂ, ਉਹ ਵੀ ਬੜੇ ਜ਼ਰੂਰੀ ਨੇ। ਜੈਸਾ ਨੈਗੇਟਿਵਿਟੀ ਵੀ ਜ਼ਰੂਰੀ ਜੇ ਪ੍ਰਕਿਰਤੀ ਦੇ ਵਿੱਚ। ਬਿਲਕੁਲ। ਉਹਦਾ ਧਰਮਰਾਜ ਦਾ ਖਾਤਾ ਕਿੱਦਾਂ ਚੱਲੇਗਾ? ਫਿਰ ਅਗਲੇ ਬੰਨੇ ਕਹਿੰਦੇ ਦਾਨ ਮੰਗਦੇ ਜੀ, ਨਾਨਕ ਮੰਗੇ ਦਾਨ ਸੰਤਾਂ ਧੂੜ ਧਰੇ। ਜੋ ਕਹਿੰਦੇ ਧੂੜ ਦਾ ਮਤਲਬ ਇੱਥੇ ਮਿੱਟੀ ਨਹੀਂ। ਹੁਣ ਲੋਕੀ ਏਦਾਂ ਕਰਦੇ, ਬਾਬੇ ਸ਼ਹੀਦੀ ਮੈਂ ਵੇਖਿਆ ਲੋਕੀ ਉੱਤੇ ਝੂਠ ਐਡੀ ਦੁਨੀਆ ਚ ਅਨਪੜ੍ਹਤਾ ਹੈ,
ਉਹ ਉੱਥੇ ਜੁੱਤੀਆਂ ਸਾਫ਼ ਕਰਦੇ ਆ, ਉੱਥੋਂ ਇਕੱਠਾ ਕਰਕੇ ਘਰ ਚ ਲੈ ਜਾਂਦੇ। ਬਿਲਕੁਲ, ਕਿਉਂਕਿ ਉਹਨੇ ਤੁਕ ਪੜ੍ਹ ਲਈ ਹੋਣੀ ਆ, ਧੂੜ। ਬਿਲਕੁਲ ਸਹੀ। ਧੂੜ ਦਾ ਮਤਲਬ ਇਹ ਹੈ ਉਹਨਾਂ ਦੀਆਂ ਗੱਲਾਂ, ਉਹਨਾਂ ਦੇ ਵਿਚਾਰ, ਬਿਲਕੁਲ ਉਹਨਾਂ ਦਾ ਚਿੰਤਨ ਨੂੰ ਸਰਵਣ ਕਰਨਾ, ਤਾਂ ਤਰੋਗੇ ਤੁਸੀਂ। ਇਹ ਥੋੜੀ ਕਿ ਉੱਥੋਂ ਮੈਂ ਅੱਧਾ ਕਿਲੋ ਮਿੱਟੀ ਲਿਆਂਦੀ ਤੇ ਆਪਣੇ ਸਿਰ 'ਚ ਪਾ ਲਈ ਤੇ ਮੈਂ ਮੈਂ ਤਰ ਜਾਵਾਂਗਾ। ਏਦਾਂ ਹੋ ਸਕਦਾ ਨਿਜਰ ਸਾਹਿਬ? ਨਹੀਂ 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 ਵੀਰ ਜੀ, ਇਹੀ ਚੀਜ਼ ਇੱਥੇ ਹੀ ਜਿਹੜੀ ਹੈਗੀ, ਉਹ ਜਿਹੜੇ ਹੈਗੇ ਚਰਨ ਪਾਉਲ ਵੀ ਲੈਂਦੇ ਆ ਉੱਥੇ, ਜਿੱਥੇ ਲੋਕੀ ਪੈਰ ਧੋਂਦੇ ਆ ਉੱਥੋਂ ਮੂੰਹ 'ਚ ਪਾਣੀ ਪੀ ਲੈਂਦੇ ਆ। ਉਹ ਵੀ ਜਿਹੜਾ ਹੈਗਾ ਵੀਰ ਜੀ ਬਹੁਤ ਹੀ ਜਿਹੜਾ ਹੈਗਾ ਗਲਤ ਹੈਗਾ, ਕਿਉਂਕਿ ਉਹਦੇ ਨਾਲ ਨਿਮਰਤਾ ਥੋੜ੍ਹੀ ਨਾ ਆਏਗੀ ਭਾਈ। ਨਿਮਰਤਾ ਤਾਂ ਮਨ ਦੀ ਨਿਮਰਤਾ ਹੈ, ਮਨ ਦੇ ਵਿੱਚ ਨਿਮਰਤਾ ਆਉਣੀ ਹੈ। ਇਹਦੇ ਨਾਲ ਥੋੜ੍ਹੀ ਨਾ, ਇਹਦੇ ਨਾਲ ਤਾਂ ਬਿਮਾਰੀ ਆ ਸਕਦੀ ਹੈ। ਹਾਂਜੀ, ਮੈਂ ਕਈਆਂ ਨੂੰ, ਮੈਂ ਤੇ ਕਈ ਪੀਂਦੇ ਮੇਰੇ ਸਾਹਮਣੇ, ਮੈਂ ਫੜ ਲੈਂਦਾ ਨੂੰ, ਮੈਂ ਆਹ ਕਿਉਂ ਪੀਂਦੇ ਜੋ ਤੁਸੀਂ? ਉਹ ਨਹੀਂ, ਤੁਸੀਂ ਏਦਾਂ ਨਾ ਕਹੋ, ਇਹ ਤੇ ਅੰਮ੍ਰਿਤ ਹੈਗਾ। ਮੈਂ ਇਹ ਅੰਮ੍ਰਿਤ ਕਿੱਥੇ ਹੈ? ਮੈਂ ਏਦਾਂ ਦਾ ਥੋੜੀ ਕਿ ਤੁਸੀਂ ਇੱਥੇ ਗੰਦਾ ਪਾਣੀ ਪੀ ਲੋਗੇ। ਇਹ ਤੇ ਗੁਰੂਆਂ ਨੇ ਇਸ ਕਰਕੇ ਪੈਰਾਂ ਨੂੰ ਧੋਣ ਵਾਸਤੇ ਚੀਜ਼ ਬਣਾਈ ਹੈ ਕਿ ਤੁਸੀਂ ਪੈਰ ਸਾਫ਼ ਕਰਕੇ ਅੰਦਰ ਜਾਓ। ਗੰਦੇ ਮੰਦੇ ਪੈਰ ਸੀ, ਪਹਿਲਾਂ ਲੋਕੀ ਨੰਗੇ ਪੈਰੀ ਆਉਂਦੇ ਹੁੰਦੇ ਸੀ ਤੇ ਸਹੂਲਤਾਂ ਘੱਟ ਸੀ, ਮਿੱਟੀ ਲੱਗੀ ਹੁੰਦੀ ਸੀ, ਇਹ ਕਰਕੇ ਕਹਿੰਦੇ ਪੈਰ ਧੋ ਤੇ ਅੰਦਰ ਜਾਓ। ਸੋ ਇਹ ਇਟ ਇਜ਼ ਹਾਈਜੀਨਿਕ। ਬਟ ਜੇ ਤੁਸੀਂ ਸੋਚੋ ਕਿ ਉੱਥੋਂ ਪਾਣੀ ਪੀ ਲਓ ਤੇ ਇਹ ਆਇਆ ਤੇ ਬਿਲਕੁਲ ਸਹੀ ਨਹੀਂ ਚੀਜ਼ ਹੈ ਨਾ। ਇੱਥੇ ਕਈਆਂ ਦੇ ਪੈਰਾਂ ਨੂੰ ਕਈ ਗੰਦ ਮੰਦ ਲੱਗਾ, ਕਿਤੇ ਕਿੱਥੋਂ ਘੁੰਮ ਕੇ ਆਇਆ, ਕੋਈ ਜ਼ਖਮ ਹੈਗਾ, ਕੋਈ ਫੋੜਾ ਹੈ, ਕੋਈ ਪਿੰਸੀ ਹੈ, ਆਪਾਂ ਉੱਥੋਂ ਪਾਣੀ ਪੀਵਾਂਗੇ ਤੇ ਇਹਦੇ ਨਾਲ ਪਰਮਾਤਮਾ ਦੇ ਮਿਲਣ ਦਾ ਕੀ ਕਨੈਕਸ਼ਨ ਹੈ? ਕੋਈ ਕਨੈਕਸ਼ਨ ਨਹੀਂ। ਇਹ ਤੇ ਜਸਟ ਇਹ ਲੋਕੀ ਹੁਣ ਇੱਕ ਨੇ ਕੀਤਾ, ਦੂਜੇ ਵੇਖ ਕੇ ਦੂਜੇ ਵੀ ਕਰੀ ਜਾਂਦੇ। ਬਿਲਕੁਲ ਹਾਂ, ਤਾਂ ਸੋ ਇਹਨਾਂ ਚੀਜ਼ਾਂ ਨੂੰ ਅਵਾਇਡ ਕਰਿਆ ਕਰੋ। ਇਹ ਚੀਜ਼ਾਂ ਏਦਾਂ ਦੀ, ਵੈਸੇ ਬਾਣੀ ਦੇ ਵਿੱਚ ਇੱਕ ਲਾਈਨ ਵੀ ਨਹੀਂ ਲਿਖੀ ਉਹਨਾਂ ਨੇ। ਨਾ ਬਿਲਕੁਲ ਨਹੀਂ ਲਿਖੀ ਗੋਲਕੀ ਸਾਹਿਬ, ਬਿਲਕੁਲ ਨਹੀਂ ਲਿਖੀ। ਹਾਂ, ਨਾਲੇ ਗੁਰੂ ਜੀ ਸਾਨੂੰ ਐਸਾ ਬੇਵਕੂਫੀਆਂ ਵਾਲਾ ਕੰਮ ਕਰਨ ਵਾਸਤੇ ਕਹਿਣਗੇ ਕਿ ਆਹ ਕਰ ਲਓ ਨਾ, ਉਲਟਾ ਤੁਹਾਨੂੰ ਲੋਕੀ ਏਦਾਂ ਕਰਦਿਆਂ ਨੂੰ ਵੇਖਣਗੇ ਤੇ ਲੋਕਾਂ ਨੇ ਕਹਿਣਾ ਕਿ ਇਹ ਕਿਹੋ ਜਿਹਾ ਧਰਮ ਇਹਨਾਂ ਦਾ ਹੈ, ਜਿਹੜੀ ਇੰਨੀ ਸੈਂਸ ਨਹੀਂ ਨਿਜ ਸਾਹਿਬ ਇਹਨਾਂ ਕੋ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਹੁਣ ਮੈਂ ਨਾ ਸਾਧ ਸੰਗਤ ਜੀ ਪਲੀਜ਼, ਮੈਂ ਇਹ ਗੱਲਾਂ ਨੋਟ ਕਰਦਾ। ਉੱਥੇ ਇੱਕ ਬੰਦਾ ਸੀ, ਉਹਨੇ ਜੰਪ ਮਾਰਿਆ, ਕਿਰਪਾਨ ਫੜ ਲਈ ਤੇ ਉਹਨੂੰ ਮਾਰਤਾ। ਇੱਥੇ ਨਾ ਉਦਣ ਮੈਂ ਉਹ ਚਰਚ ਦਾ ਨਿੱਜਾ ਸਾਹਿਬ ਪਾਦਰੀ ਸੀ, ਵੱਡਾ ਪਾਦਰੀ, ਤੇ ਨਿੱਜਾ ਸਾਹਿਬ ਪਾਗਲ ਨੇ 2 ਚਪੇੜਾਂ ਮਾਰੀਆਂ ਉਹਨੂੰ। ਉਹਨੇ ਕੁਛ ਨਹੀਂ ਕਿਹਾ ਨਿੱਜਾ ਸਾਹਿਬ, ਉਹ ਜਿੱਤੇਗਾ ਮੈਦਾਨ ਅਗਲਾ। ਇੱਥੇ ਤਾਂ ਪਤਾ ਲੱਗਦਾ ਨਾ, ਮੈਂ ਕੁਛ ਨਹੀਂ ਕਿਹਾ ਨਿੱਜਾ ਸਾਹਿਬ ਉਹਨੇ। ਹੁਣ ਮੇਰੇ ਵਰਗੇ ਨੂੰ ਇੱਥੇ ਮੈਂ ਬਣਿਆ ਹੋਇਆ ਕਿ ਬਾਬਾ ਬੂਬਾ ਮਾੜਾ ਮੋਟਾ ਮੈਨੂੰ 2 ਚਪੇੜਾਂ ਕੱਢ ਕੇ ਮਾਰੋ ਤੇ ਮੈਂ ਤੁਹਾਨੂੰ ਦੱਸਾਂ ਫਿਰ ਪਤਾ। ਪਰ ਅਗਲਾ ਵੇਖੋ ਨਿੱਜਾ ਸਾਹਿਬ ਨੇ ਕੁਛ ਨਹੀਂ ਕਿਹਾ ਉਹਨੂੰ ਪਤਾ ਹੀ ਇਹ ਪਾਗਲ ਹੈਗਾ, ਮੈਂ ਇਹਨੂੰ ਕੀ ਕਵਾਂ। ਲੋਕਾਂ ਨੇ ਵੀ ਨਿੱਜਰ ਸਾਹਿਬ ਕੁਛ ਨਹੀਂ ਕਿਹਾ ਉਹਨੇ 2 ਚਪੇੜਾਂ ਮਾਰੀਆਂ ਤੇ ਪਰੇ ਚੱਲ ਗਿਆ। ਸੋ ਕਹਿਣ ਤੋਂ ਭਾਵੇਂ ਕਿ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਜ਼ਿੰਦਗੀ 'ਚ, ਸਾਨੂੰ ਇਹਨਾਂ ਚੀਜ਼ਾਂ ਨੂੰ ਸਵੀਕਾਰ ਕਰਨਾ ਚਾਹੀਦਾ, ਅਡੋਪਟ ਕਰਨਾ ਚਾਹੀਦਾ। ਤੇ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਬੜੀਆਂ ਜ਼ਰੂਰੀ ਹੈ। ਇਹਦੇ ਨਾਲ ਕੀ ਹੁੰਦਾ ਕਿ ਸਾਡੀ ਕੌਮ ਦਾ ਜਿਹੜਾ ਅਕਸ ਆ, ਜੋ ਤਸਵੀਰ ਆ, ਉਹ ਸਾਫ਼ ਹੁੰਦੀ ਹੈ। ਬਿਲਕੁਲ। ਤੇ ਜੇ ਆਪਾਂ ਬਦਮਾਸ਼ੀ ਕਰਦੇ ਹਾਂ, ਜ਼ਬਰਦਸਤੀ ਕਿਸੇ ਦੀ ਆਵਾਜ਼ ਚੁੱਪ ਕਰਾ ਦਿੰਦੇ ਹਾਂ, ਤੇ ਫਿਰ ਉਹ ਕੋਈ ਸਾਡੇ ਲਈ ਬਹੁਤਾ ਵਧੀਆ ਨਹੀਂ ਹੈ। ਕਿਉਂਕਿ ਗੁਰੂਆਂ ਨੇ ਜਿਹੜੀ ਚੀਜ਼ ਸਾਨੂੰ ਦਿੱਤੀ ਹੈ ਨਾ, ਦੇਖੋ ਉਹਨਾਂ ਨੇ ਹਿੰਦੂ ਤੇ ਮੁਸਲਮਾਨ ਵਰਗੀ ਕੋਈ ਚੀਜ਼ ਨਹੀਂ ਰੱਖੀ। ਨਾ ਬਿਲਕੁਲ ਨਹੀਂ ਰੱਖੀ। ਉਹ ਆਪਾਂ ਕਹਿੰਦੇ ਬਸ ਅਸੀਂ ਸਿੱਖ ਆ, ਫਲਾਨੇ ਤੇ ਢਿਮਕੇ ਆ, ਏਦਾਂ ਦੀ ਕੋਈ ਗੱਲਬਾਤ ਨਹੀਂ ਹੋਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾ। ਉਹਨਾਂ ਨੇ ਇਹ ਕਿਹਾ, ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਗੱਲ ਕਰ ਰਹੇ ਕਿ ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਫਿਰ ਉਹ ਕਹਿ ਰਹੇ ਨੇ, ਤੇ ਫਿਰ ਕਹਿ ਨਹੀਂ ਰਹੇ, ਉਹ ਬੱਲਾ ਤੇ ਮਰਦਾਨੇ ਨੂੰ ਨਾਲ ਵੀ ਰੱਖਿਆ ਨਿਜਰ ਸਾਹਿਬ। ਬਿਲਕੁਲ ਨਾਲ ਰੱਖਿਆ। ਬਾਣੀ ਦੇ ਵਿੱਚ ਦੇਖ ਲਓ, ਮਹਾਰਾਸ਼ਟਰੀਅਨ ਵੀ ਹੈਗੇ, ਮੁਸਲਮਾਨ ਵੀ ਹੈਗੇ, ਤੇ ਹੋਰ ਵੀ ਜਿਹੜੇ ਹੈਗੇ, ਜੱਟ ਵੀ ਹੈਗਾ ਭਾਈ, ਸਾਰੇ ਤਾਂ ਬਾਣੀ ਦੇ ਵਿੱਚ ਹੈਗੇ, ਸਾਰੇ ਧਰਮ ਦੇ। ਮੋਚੀ ਹੈਗੇ, ਜੁਲਾਈ ਹੈਗੇ ਆ, ਫਿਰ ਸਾਰਿਆਂ ਦੀ ਬਾਣੀ ਅੰਦਰ। ਕਸਾਈ ਜਿਹੜੇ ਹੈਗੇ, ਉਹਨਾਂ ਦੀ ਵੀ ਬਾਣੀ ਹੈਗੀ ਭਾਈ। ਪਹਿਲਾ ਕਿੱਤਾ ਕਸਾਈ ਦਾ ਸੀ ਉਹਨਾਂ ਦਾ, ਸਦਨਾ ਜੀ। ਕਰੋ ਗੱਲ, ਕਰੋ ਗੱਲਾਂ ਅਗਲੇ। ਉਹਨਾਂ ਨੇ ਆਪ ਜਸਟ ਸੋਚੋ ਕਿ ਗੁਰੂ ਜੀ ਦੀ ਸੋਚ ਕਿਹੋ ਜਿਹੀ ਸੀ, ਕਿੰਨੀ ਵੱਡੀ ਸੋਚ। ਬਿਲਕੁਲ। ਔਰ ਦੇਖੋ ਆਪਣੇ ਜਿਹੜੇ ਹੈਗੇ, ਇਹ ਜਿਹੜੇ ਰਵਿਦਾਸ ਜੀ ਜਿਹੜੇ ਸੀਗੇ, ਇਹ ਜਿਹੜੇ ਸੀਗੇ ਆਪਣੇ ਜਿਹੜੇ ਮਰੇ ਹੋਏ ਪਸ਼ੂ ਜਿਹੜੇ ਸੀ ਲੈ ਕੇ ਜਾਂਦੇ ਸੀ, ਪਹਿਲਾਂ ਜਿੱਦਾਂ ਵੀ ਮਰਦਾ ਸੀਗਾ ਢੋਂਦੇ ਸੀ ਉੱਥੇ, ਫਿਰ ਜਾ ਕੇ ਉਹਦੀ ਖੱਲ ਲਾਉਂਦੇ ਸੀਗੇ, ਖੱਲ ਲਾ ਕੇ ਉਹਨੂੰ ਸੁਕਾਉਂਦੇ ਸੀਗੇ, ਫਿਰ ਉਹਦਾ ਜਿਹੜੇ ਹੈਗੇ ਚੀਜ਼ਾਂ ਬਣਾਉਂਦੇ ਸੀਗੇ। ਹਾਂਜੀ ਵੀਰ ਜੀ।
ਆਹ ਤੇ ਵੇਖੋ ਫਿਰ ਉਹਨਾਂ ਦੀ ਬਾਣੀ ਸ਼ਾਮਿਲ ਕੀਤੀ ਹੈ। ਇਹਦਾ ਮਤਲਬ ਇਹ ਹੈ ਕਿ ਗੁਰੂਆਂ ਨੇ ਹਮੇਸ਼ਾ ਉਸ ਇਨਸਾਨ ਦੀ ਜੋਤ ਅੰਦਰ ਦੇਖੀ ਹੈ ਕਿ ਬੰਦਾ ਕਿੱਥੇ ਬੈਠਾ ਹੈ। ਬਿਲਕੁਲ। ਉਹਦਾ ਧਰਮ ਤੇ ਮਜ਼ਹਬ ਉਹਨਾਂ ਕਦੇ ਨਹੀਂ ਦੇਖਿਆ। ਕਿਉਂ ਨਹੀਂ ਦੇਖਿਆ? ਇਹਦਾ ਕਾਰਨ ਸੀ ਕਿ ਜੇਕਰ ਆਪਾਂ ਕਿਸੇ ਮਜ਼ਹਬ ਨੂੰ ਫੜ ਲੈਨੇ ਆ ਫਿਰ ਆਪਾਂ ਸਮੁੰਦਰ ਨਹੀਂ ਬਣ ਸਕਦੇ, ਕੋਈ ਛੋਟੀ ਚੀਜ਼ ਬਣ ਜਾਂਗੇ। ਬਿਲਕੁਲ। ਆਪਾਂ ਇਹ ਫਿਰ ਧਰਮ ਜਿਹੜਾ ਹੈ ਉਹ ਥੋੜੇ ਜਿਹੇ ਲੋਕਾਂ ਲਈ 2-4% ਲਈ ਠੀਕ ਹੈ, ਬਾਕੀ ਜੇ ਤੁਸੀਂ ਕਹੋ ਸਾਰੀ ਦੁਨੀਆ ਨੂੰ ਅਡਾਪਟ ਕਰੇ, ਇਟ ਇਜ਼ ਨਾਟ ਪੋਸੀਬਲ। ਕਿਉਂਕਿ ਤੁਸੀਂ ਉਹਨੂੰ ਬ੍ਰੇਕ ਕਰ ਦਿੱਤਾ ਨਾ, ਉਹਦੀ ਵਿਸ਼ਾਲਤਾ ਨੂੰ ਘਟਾ ਦਿੱਤਾ। ਬਿਲਕੁਲ ਘਟਾ ਦਿੱਤਾ ਆਪਾਂ ਨੇ, ਲਿਮਿਟਿਡ ਕਰਤਾ, ਲਿਮਿਟਿਡ। ਹਾਂ, ਉਹ ਅਨਲਿਮਿਟਿਡ ਸੀ। ਉਹਨਾਂ ਨੇ ਤੇ ਸਾਰਿਆਂ ਨੂੰ ਕਿਹਾ ਸੀ ਕਿ ਸਾਰਿਆਂ ਨੂੰ ਮਾਣ ਸਨਮਾਨ ਦਿੱਤਾ ਸੀ, ਇਹ ਗੁਰਦੁਆਰੇ ਤੁਹਾਡੇ ਨੇ, ਜਾਓ ਇੱਥੇ ਜਾ ਕੇ ਆਪਣੀ ਪੂਜਾ ਕਰੋ ਜੋ ਤੁਹਾਡਾ ਦਿਲ ਕਰਦਾ ਹੈ। ਵੇਖੋ ਜਿਨ੍ਹਾਂ ਦੀਆਂ ਬਾਣੀ ਐਂਟਰੀ ਨਹੀਂ ਸੀ, ਜਿਨ੍ਹਾਂ ਨੂੰ ਮੰਦਿਰ 'ਚ ਨਹੀਂ ਜਾਣਾ ਦਿੱਤਾ, ਉਹਨਾਂ ਦੀ ਵੀ ਬਾਣੀ ਲਿਖੀ ਕਿ ਬਈ ਇੱਥੇ ਆ ਕੇ ਤੁਸੀਂ ਕੁਛ ਵੀ ਕਰ ਸਕਦੇ, ਇਹ ਤੁਹਾਡੀ ਹੈ। ਤੇ ਉਹ ਬਾਅਦ ਦੇ ਵਿੱਚ ਫਿਰ ਉਹ ਸਾਰਾ ਕੁਝ ਵਾਪਸ ਚਲ ਗਿਆ, ਉਸੇ ਤਰ੍ਹਾਂ ਕੰਟਰੋਲ ਹੋ ਗਿਆ। ਸੋ ਇਹ ਚੀਜ਼ਾਂ ਜਿਹੜੀਆਂ ਨੇ ਵਾਪਸ ਬ੍ਰਹਮ ਦੇ ਵਿੱਚ ਜਿਹੜਾ ਹੋਲ ਕੀਤਾ ਸੀ ਬੰਦ ਹੋ ਗਿਆ। ਹਾਂ, ਉਹਦੇ ਮਨਖੱਟੂ ਜ਼ਿਆਦੇ ਆ ਗਏ ਤੇ ਉਹ ਫਿਰ ਮੁਸ਼ਕਿਲ ਹੋ ਜਾਂਦੀ ਹੈ। ਹਾਂਜੀ ਨਿਜਰ ਸਾਹਿਬ, ਆਪ ਅੱਗੇ ਬੋਲੀਏ। ਹਾਂਜੀ ਵੀਰ ਜੀ, ਅੱਗੇ ਹਾਲੇ ਇੱਕ ਸ਼ਲੋਕ ਪਿਆ ਤੇ ਪੌੜੀ ਪਈ ਆ। ਮਹੱਲਾ ਪੰਜਵਾਂ। ਤਿਸਨੂੰ ਮਨ ਵਸਾਏ ਜਿਨੇ ਉਪਾਇਆ। ਕਹਿੰਦੇ ਦੇਖ ਪਿਆਰਿਆ, ਜੀਵਨ ਮਨੁੱਖੀ ਜੀਵਨ ਮਿਲੀ ਹੋਈ ਆ, ਮਾਲਕ ਨੂੰ ਮਨ 'ਚ ਵਸਾ ਲਾ, ਨਹੀਂ ਤਾਂ ਦੇਖ ਲਾ ਬੁਰਾ ਹਾਲ ਹੋ ਜਾਏਗਾ ਜੂਨਾਂ ਦੇ ਵਿੱਚ। ਤਿਸਨੂੰ ਮਨ ਵਸਾਏ ਜਿਨੇ ਉਪਾਇਆ, ਜਿਹਨੇ ਪੈਦਾ ਕੀਤਾ ਹੈ ਉਹਨੂੰ ਵਸਾ ਲਾ ਮਨ ਦੇ ਵਿੱਚ, ਉਹਨੂੰ ਯਾਦ ਕਰਨਾ ਸ਼ੁਰੂ ਕਰ ਦੇ। ਜਿਨੇ ਜਨੇ ਧਿਆਇਆ ਖਸਮ ਤਿਨੀ ਸੁਖ ਪਾਇਆ। ਫਿਰ ਧਿਆਨ 'ਚ ਚਲੇ ਜਾਏਗਾ ਉਸ ਖਸਮ ਦੀ, ਮਾਲਕ ਦੀ, ਜਿਹਨੇ ਪੈਦਾ ਕੀਤਾ ਹੈ। ਜਿਹਨੇ ਵੀ ਧਿਆਨ ਕੀਤਾ ਉਹਦਾ, ਜਿਸ ਜਨ ਨੇ ਵੀ, ਉਹਨੇ ਸੁਖ ਪਾ ਲਿਆ। ਸਫਲ ਜਨਮ ਪਰਵਾਨ ਗੁਰਮੁਖੇ ਆਇਆ। ਜਿਹੜੇ ਵੀ ਗੁਰੂ ਤੋਂ ਗਿਆਨ ਲੈ ਲਿਆ ਪਾਏ, ਉਹਦਾ ਜਨਮ ਸਫਲ ਹੋ ਗਿਆ, ਮਨੁੱਖੀ ਜੀਵਨ ਸਫਲ ਹੋ ਗਈ, ਪਰਵਾਨ ਹੋ ਗਈ। ਹੁਕਮੇ ਬੁੱਝ ਨਿਹਾਲ ਖਸਮੇ ਫਰਮਾਇਆ। ਜੋ ਖਸਮ ਨੇ, ਮਾਲਕ ਨੇ ਜਿਹੜਾ ਹੈਗਾ, ਜਿਸ ਵਾਸਤੇ ਸ੍ਰਿਸ਼ਟੀ ਬਣਾਈ ਆ, ਉਹਨੇ ਉਹ ਹੁਕਮ ਬੁੱਝ ਲਿਆ, ਨਿਹਾਲ ਹੋ ਗਿਆ ਬੁੱਝ ਕੇ। ਜਿਸ ਹੋਆ ਆਪ ਕਿਰਪਾਲ ਸੋ ਨਹਿ ਪਰਮਾਇਆ। ਆਇਆ ਮਾਲਕ ਪਰਮਾਤਮਾ ਜਿੱਤੇ ਕਿਰਪਾਲ ਹੋ ਜਾਂਦਾ ਹੈ, ਉਹ ਫਿਰ ਭਟਕਦਾ ਨਹੀਂ ਹੈ ਭਾਈ। ਇਹ ਮਾਇਆ ਦੇ ਵਿੱਚ, ਜੂਨਾਂ ਦੇ ਵਿੱਚ, ਭਰਮ ਦੇ ਵਿੱਚ, ਧੋਖੇ ਦੇ ਵਿੱਚ ਨਹੀਂ ਫਸਦਾ। ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ। ਉਹਨੇ ਜੋ ਮਾਲਕ ਪਰਮਾਤਮਾ ਦੇ ਰਿਹਾ ਆ, ਉਸ ਦੇ ਵਿੱਚ ਜਿਹੜਾ ਹੈਗਾ ਉਹਨੂੰ ਹੀ ਜਿਹੜਾ ਹੈਗਾ ਸੱਤ ਕਹਿ ਕਰਕੇ ਔਰ ਭਗਤੀ ਜਿਹੜੀ ਹੈਗੀ ਮਾਲਕ ਦੀ ਕੀਤੀ। ਨਾਨਕ ਜਿਸੈ ਦਿਆਲ ਬੁਝਾਏ ਹੁਕਮ ਮਿਤ। ਉਹ ਮਾਲਕ ਪਰਮਾਤਮਾ ਤਾਂ ਦਿਆਲੂ ਹੀ ਹੈਗਾ ਭਾਈ। ਨਾਨਕ ਜਿਸੈ ਦਿਆਲ, ਜਿਹੜਾ ਉਹਦੀ ਦਇਆ ਦਾ ਪਾਤਰ ਹੁੰਦਾ ਹੈ। ਬੁਝਾਏ ਹੁਕਮ ਮਿੱਤ, ਉਹ ਪਰਮਾਤਮਾ ਮਿੱਤਰ ਜਿਹੜਾ ਹੈਗਾ, ਸਾਰਿਆਂ ਦਾ ਮਿੱਤਰ, ਉਹਨੂੰ ਜਿਹੜਾ ਹੈਗਾ ਹੁਕਮ ਬੁਝਾ ਦਿੰਦਾ ਹੈ ਭਾਈ ਬ੍ਰਹਮ ਗਿਆਨੀਆਂ ਦੇ ਥਰੂ। ਜਿਸੈ ਭੁਲਾਏ ਆਪ ਮਰ ਜੰਮੈ ਨਿਤ। ਔਰ ਮਾਲਕ ਨੇ ਮਾਇਆ ਦਾ ਵੀ ਰਸਤਾ ਮਾਲਕ ਨੇ ਬਣਾਇਆ। ਇਹ ਭੂਲ ਭੁਲਈਆ ਮਾਲਕ ਨੇ ਹੀ ਬਣਾਈ ਹੋਈ ਹੈ ਭਾਈ। ਜਿਹੜਾ ਭੂਲ ਭੁਲਈਆ ਦਾ ਰਸਤਾ ਜਿਹੜਾ ਹੈ ਚੂਜ਼ ਕਰ ਲੈਂਦਾ ਹੈ ਭਾਈ, ਫਿਰ ਉਹ ਜਿਹੜਾ ਹੈਗਾ ਮਾਲਕ ਵੱਲੋਂ ਬਣਾਈ ਗਈ ਭੂਲ ਭੁਲਈਆ ਦੇ ਵਿੱਚ ਜਿਹੜਾ ਹੈਗਾ ਫਸ ਕੇ ਜਿਹੜਾ ਹੈਗਾ ਜੂਨਾਂ ਦੇ ਵਿੱਚ ਜੰਮਦਾ ਮਰਦਾ ਰਹਿੰਦਾ ਹੈ। ਹਾਂਜੀ ਵੀਰ ਜੀ। ਹੁਣ ਦੇਖੋ ਉੱਪਰ ਕਹਿ ਰਹੇ ਨੇ ਕਿ ਹੁਕਮ ਨੂੰ ਪਛਾਣਿਆ। ਹਾਂ, ਤੇ ਫਿਰ ਕੀ ਹੋਇਆ? ਇਹਨੇ ਹੁਕਮ ਨੂੰ ਪਛਾਣ ਲਿਆ, ਫਿਰ ਕੀ ਹੁੰਦਾ? ਪਰਮਾਤਮਾ ਕੀ ਕਰਦਾ? ਫਿਰ ਦਿਆਲ ਹੋ ਜਾਂਦਾ। ਤੇ ਫਿਰ ਕੀ ਕਰਦਾ? ਤੇ ਫਿਰ ਹੁਕਮ ਨੂੰ ਬੁਝਾ ਦਿੰਦਾ। ਦੇਖੋ ਸੋਝੀ ਕਿੱਥੋਂ ਆਉਣੀ ਆ? ਸੋਝੀ ਵੀ ਜਿਹੜੀ ਆਉਣੀ ਆ, ਉਹ ਤੇ ਪਹਿਲੀ ਗੱਲ ਤੇ ਤੁਸੀਂ ਹੁਕਮ ਨੂੰ ਪਛਾਣੋ। ਹੁਕਮ ਨੂੰ ਪਛਾਣੋ ਮਤਲਬ ਆਪਣੇ ਜੀਵਨ 'ਚ ਧਰਮ ਨੂੰ ਲੈ ਕੇ ਆਓ। ਬਈ ਆਪਾਂ ਕਾਹਦੇ ਵਾਸਤੇ ਮਨੁੱਖ ਜੂਨ ਮਿਲੀ ਆ ਆਪਾਂ ਨੂੰ? ਹਾਂ, ਤੇ ਜੇ ਧਰਮ ਨਹੀਂ ਹੈਗਾ, ਜੇ ਜਾਨਵਰ ਲੈਵਲ ਦੇ ਜੀਵਨ ਹੈ, ਖਾ ਪੀ ਲਿਆ, ਸੌਂ ਲਿਆ ਤੇ ਬਸ, ਫਿਰ ਤੇ ਕੋਈ ਉੱਚਾ ਜੀਵਨ ਤੇ ਨਹੀਂ ਨਾ, ਫਿਰ ਤੇ ਬਹੁਤ ਥੱਲੇ ਲੈਵਲ ਦਾ ਜੀਵਨ ਹੈ। ਜਾਨਵਰ ਹੀ ਆ ਆਪਾਂ। ਬਿਲਕੁਲ। ਕੇਵਲ ਸਰੀਰ ਦਾ ਹੀ ਧਿਆਨ ਤੇ ਸਰੀਰ ਦੇ ਸੁੱਖ ਤੇ ਬਹੁਤੀ ਗੱਲ ਬੈਂਕ 'ਚ ਥੋੜੇ ਬਹੁਤੇ ਪੈਸੇ ਇਕੱਠੇ ਕਰ ਲੋਗੇ, ਹੋਰ ਤੇ ਕਹਾਣੀ ਕੁਛ ਵੀ ਨਹੀਂ। ਉਹ 'ਚ ਪ੍ਰਾਪਤੀ ਤੇ ਨਹੀਂ ਹੋਣੀ ਕੋਈ। ਇਹ ਕਿ ਖਾਲੀ ਹੱਥ ਆਏ ਸੀ, ਖਾਲੀ ਹੱਥੇ ਚੱਲ ਜਾਓ।
ਪਰ ਉਹ ਜੇ ਆਪਾਂ ਚਾਹੁੰਦੇ ਹਾਂ ਕਿ ਉਹਦਾ ਹੁਕਮ ਬੁੱਝ ਲਈਏ, ਫਿਰ ਸਾਨੂੰ ਆਪਣੇ ਜੀਵਨ 'ਚ ਧਰਮ ਲਿਆਉਣਾ ਪਊਗਾ। ਤੇ ਫਿਰ ਕਿਉਂ ਨਾਨਕ ਜਿਸੇ ਦਿਆਲ ਬੁਝਾਏ ਹੁਕਮ, ਤੇ ਉਹ ਫਿਰ ਆਪਾਂ ਨੂੰ ਹੁਕਮ ਜਿਹੜਾ ਅਸੀਂ ਉਹਨੂੰ ਲੱਭ ਲਾਂਗੇ, ਉਹਨੂੰ ਬੁੱਝ ਲਾਂਗੇ। ਕਦੋਂ ਲੱਭਾਂਗੇ? ਜਦੋਂ ਉਹਨੇ ਸਾਡੇ ਤੇ ਆਪਣੀ ਮਿਹਰ ਭਰੀ ਨਜ਼ਰ ਰੱਖੀ, ਸਾਡੇ ਤੇ ਦਿਆਲ ਹੋ ਗਿਆ ਨਜ਼ਰ ਸਾਹਿਬ। ਤੇ ਜਦੋਂ ਦਿਆਲ ਹੋ ਗਿਆ ਤੇ ਫਿਰ ਹੁਕਮਾਂ ਨੂੰ ਸਮਝ ਆ ਜਾਣੀ ਹੈ ਸਾਨੂੰ। ਤੇ ਫਿਰ ਸਮਝ ਇਹੋ ਹੀ ਆ ਜਾਣੀ ਹੈ ਕਿ ਧਰਮ ਤੋਂ ਬਿਨਾਂ ਜਿਹੜਾ ਜੀਵਨ ਹੈ ਉਹਨੂੰ ਬਤੀਤ ਹੀ ਨਹੀਂ ਕਰਨਾ। ਹਮੇਸ਼ਾ ਆਪਣੇ ਜੀਵਨ 'ਚ ਧਰਮ ਨੂੰ ਲਾਗੂ ਕਰਨਾ ਹੈ, ਧਰਮ ਦੇ ਵਿੱਚ ਹੀ ਰਹਿਣਾ ਹੈ ਤੇ ਭਗਤੀ ਕਰਨੀ। ਇਹੋ ਹੀ ਹੁਕਮ ਹੈ परमात्मा, और कोई हुक्म नहीं। हाँ जी निजर साहब। हाँ, और देखो आगे पौड़ी निंदक मारे तत्काल खिन टिकन ना दिते। आ देख लो भाई, जिहड़ा भगती करदा है, आ देखो इस तरीके दे नाल मालक परमात्मा उहदी रक्षा करदा है। निंदक मारे तत्काल, तत्काल सेवा है भाई, ये तत्काल सेवा। निंदक मारे तत्काल खिन टिकन ना दिते, कहते नहीं टिकन नहीं दिता, निंदकां नूं नहीं टिकन दिंदा मालक परमात्मा। की करदा है? प्रभ दास का दुख ना खव सकें। मालक जिहड़ा भगती करन वाला है उहनूं कोई तकलीफ दिंदा है ते मालक बर्दाश्त नहीं करदा। फड़ जोनी जुत्ते, जूना च पा दिंदा है भाई उहनां नूं। मत्थे वाड़ पछाड़ियन जम मार्ग मुत्ते, मत्थे तो फड़ के जिहड़ा हैगा जिवें फड़ के पछाड़ दिंदे आ किसे नूं, इस तरीके दे नाल जिहड़ा हैगा जमा ने जिहड़ा हैगा उहनूं जिहड़ा हैगा जमा वाले रस्ते, जम्मण मरण वाले रस्ते, जूना दे रस्ते दे विच जिहड़ा हैगा पा दिता। मुत्ते मतलब उहनां नूं कल्ले। दुख लगे बिलाणिया नरक घोर सुत्ते। घोर नरक, बहुत ही ਜਿਹੜੇ ਹੈਗੇ ਭਗਤੀ ਕਰਨ ਵਾਲੇ ਦੀ ਨਿੰਦਾ ਕਰਦੇ ਆ, ਭਗਤੀ ਕਰਨ ਵਾਲੇ ਦੇ ਨਾਲ ਖਹਿੰਦੇ ਆ, ਉਹਨਾਂ ਦੀ ਹਾਲਤ ਆ। ਦੁੱਖ ਲੱਗੇ ਬਿਲ ਲਾਣਿਆ ਨਰਕ ਘੋਰ ਸੁੱਤੇ। ਸੁੱਤੇ ਦਾ ਮਤਲਬ ਨਰਕ ਘੋਰ ਦੇ ਵਿੱਚ ਉਹਨਾਂ ਦਾ ਜੀਵਨ ਗੁਜ਼ਰਦਾ ਹੈ। ਫਿਰ ਬਿਲਾਉਂਦੇ ਆ, ਦੁੱਖ ਲੱਗਦਾ ਹੈ। ਤੇ ਫਿਰ ਦਾਸ ਨੂੰ ਕੀ ਕਰਦਾ ਹੈ ਮਾਲਕ? ਕੰਠ ਲਾਏ ਦਾਸ ਰੱਖਿਅਨ ਨਾਨਕ ਹਰ ਸੱਤੇ। ਉਹ ਮਾਲਕ ਪਰਮਾਤਮਾ ਸੱਤ ਹੈਗਾ और अपने भगती करने वालियां नूं अपने गल दे नाल ला के रखता है। हाँ जी वीर जी। हाँ जी ठीक है जी। वो कह रहे ने कि जिहड़ा निंदक है ओदी तां ओदी तत्काल सेवा कर दिंदा है मालक। हाँ निंदक ओदी परमात्मा दे घर कोई वधिया सहूलत नहीं है। ते फिर अगले बन्ने की कह रहे ने? प्रभु दास का दुख ना खव सके, फड़ जोनी जुत्ते। गुरकी साहब तुहाडा हिलन लग गया माइक बहुत तेजी ना। हाँ कहते कि जिहड़ा परमात्मा है वो परमात्मा दी भगती करन वालियां दी जिहड़ी दुख ਉਹਨਾਂ ਦੀ ਤਕਲੀਫ ਜਿਹੜਾ ਦੇ ਰਹੇ ਆ, ਜਿਹੜੇ ਨਿੰਦਕ ਜਿਹੜੇ ਉਹਨੂੰ ਤਕਲੀਫ ਦੇਣ ਦੀ ਕੋਸ਼ਿਸ਼ ਕਰ ਰਹੇ ਆ। ਬੈਟਰੀ ਗਈ ਗੋਰਕੀ ਸਾਹਿਬ ਤੁਹਾਡਾ? ਤੁਹਾਡੀ ਆਵਾਜ਼ ਟੁੱਟ ਰਹੀ ਹੈ ਗੋਰਕੀ ਸਾਹਿਬ। ਹਾਂ ਉਹ ਨੈਟਵਰਕ ਥੋੜਾ ਜਿਹਾ ਨਹੀਂ, ਨੈਟਵਰਕ ਨਹੀਂ, ਤੁਹਾਡਾ ਜਿਹੜਾ ਮਾਈਕ ਹੈ ਤੇ ਜਿਹੜੇ ਬਲੂਟੂਥ। ਕੋਈ ਗੱਲ ਨਹੀਂ, ਜਿਹੜੇ ਹੁਣ ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਦੀ ਨਿੰਦਿਆ ਕਰਦੇ ਨੇ ਜਾਂ ਉਹਨਾਂ ਨੂੰ ਕੋਈ ਕਸ਼ਟ ਪਹੁੰਚਾ ਰਹੇ ਨੇ, ਉਹ ਸੱਚੀ ਆ कि सच्ची परमात्मा उस चीज नूं लाइक करेगा? नहीं करता। क्योंकि वो जे कोई बंदा सच ते चलना चाहुंदा है, सच ते चल रहा है, ते इहदे बावजूद कोई बंदा खुद आप एक घटिया जीवन बतीत कर रहा है, उल्टा उन्होंने भी रोक रहा है, ਉਹਦੇ ਤੇ ਦੂਸ਼ਣਬਾਜ਼ੀ ਕਰ ਰਿਹਾ ਹੈ, ਤੇ परमात्मा ਦੇ ਘਰ ਚ ਉਹਨੂੰ ਸੋਭਾ ਥੋੜੀ ਮਿਲਣੀ। ਹਾਂਜੀ ਨਿਜਰ ਸਾਹਿਬ ਅਗਲੀ ਤੁਕ ਬੋਲ ਦੋ। ਮੱਥੇ ਵਾਲ ਪਛਾੜਿਆਨ ਜਮ ਮਾਰਗ ਮੁੱਤੇ। ਕਹਿੰਦੇ ਉਹਨਾਂ ਨੂੰ ਫਿਰ ਜਮ ਦੇ ਮਾਰਗ 'ਤੇ ਇਕੱਲਿਆਂ ਨੂੰ ਜਾਣਾ ਪੈਂਦਾ ਹੈ ਭਾਈ। ਔਰ ਮੱਥੇ ਵਾਲ ਫੜ ਕੇ ਜਿਵੇਂ ਕਿਸੇ ਨੂੰ ਪਛਾੜਦੇ ਆ, ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਇਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦਾ ਰੂਲ ਹੈਗਾ ਭਾਈ, ਜਿਹੜਾ ਭਗਤੀ ਕਰਨ ਵਾਲੇ ਦੀ ਨਿੰਦਾ ਕਰਦਾ ਹੈ। ਦੁੱਖ ਲਗੇ ਬਿਲਾਣਿਆ ਨਰਕ ਘੋਰ ਸੁੱਤੇ। ਔਰ ਫਿਰ
ਨਰਕ ਘੋਰ ਦੇ ਵਿੱਚ ਕਾਫੀ ਸਮਾਂ ਲਾਉਣਾ ਪੈਂਦਾ ਹੈ ਔਰ ਫਿਰ ਉੱਥੇ ਦੁਖੀ ਹੁੰਦੇ ਆ ਔਰ ਬਿਰਲਾਪ ਕਰਦੇ ਆ। ਔਰ ਦਾਸ ਜਿਹੜੇ ਹੈਗੇ, ਭਗਤੀ ਕਰਨ ਵਾਲੇ ਜਿਹੜੇ ਹੈਗੇ, ਉਹਨਾਂ ਨੂੰ ਮਾਲਕ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ। ਕੰਠ ਲਾਏ ਦਾਸ ਰੱਖਿਅਨ, ਰਕਸ਼ਾ ਕਰਦਾ ਹੈ ਔਰ ਉਹਨਾਂ ਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ। ਨਾਨਕ ਹਰ ਸੱਤੇ, ਉਹ ਮਾਲਕ ਪਰਮਾਤਮਾ ਜਿਹੜਾ ਸੱਤ ਹੈਗਾ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਸਾਧ ਸੰਗਤ ਜੀ, ਇੱਥੇ ਆਪਾਂ ਬਾਣੀ ਨੂੰ ਇਸ ਤਰ੍ਹਾਂ ਸਮਝੀਏ ਕਿ ਜਿਹੜਾ ਬੰਦਾ ਸੱਚ ਦਾ ਸੰਗ ਕਰਦਾ ਹੈ ਨਾ, ਤੇ ਉਹਦਾ ਮਿਲਣ ਸੱਚ ਦੇ ਨਾਲ ਹੋਵੇਗਾ। ਗੋਰਗੀ ਸਾਹਿਬ ਤੁਸੀਂ ਨਾ ਮਾਈਕ ਕੱਢ ਦਿਓ ਤੇ ਡਾਇਰੈਕਟ ਫੋਨ ਤੇ ਹੀ ਗੱਲ ਕਰ ਲਓ। ਨਿੱਜਰ ਸਾਹਿਬ ਮਗਰੋਂ ਹੀ ਆਵਾਜ਼ ਘੱਟ ਹੋਣੀ, ਨੈਟਵਰਕ ਕਰਕੇ ਡਾਊਨ ਹੋ ਗਈ। ਨਹੀਂ, ਤੁਹਾਡੀ ਆਵਾਜ਼ ਬਿਲਕੁਲ ਸਹੀ ਆ ਰਹੀ ਹੈ ਗੋਰਗੀ ਸਾਹਿਬ, ਨੈਟਵਰਕ ਸਹੀ ਹੈ ਤੁਹਾਡਾ, ਸਿਰਫ ਮਾਈਕ ਦੀ ਪ੍ਰੋਬਲਮ ਹੈ। ਅੱਛਾ ਚਲੋ, ਹੁਣ ਨਾਰਮਲ ਬੋਲਦਾ, ਜੋ ਮਾਈਕ ਤੋਂ ਬਿਨਾਂ ਬੋਲ ਰਹੇ ਆ, ਬਿਲਕੁਲ ਸਹੀ ਹੈ। ਹਾਂ, ਜਦੋਂ ਆਪਾਂ ਝੂਠ ਦਾ ਸੰਗ ਕਰਦੇ ਆ ਤੇ ਫਿਰ ਜੀਵਨ 'ਚ ਸਾਡੇ ਜਿਹੜਾ ਹੈ ਝੂਠ ਹੀ ਅੱਗੇ ਆਉਂਦਾ ਹੈ ਤੇ ਸੱਚ ਤੇ ਨਹੀਂ ਮਿਲੇਗਾ, ਬਿਲਕੁਲ ਨਹੀਂ ਮਿਲੇਗਾ। ਜੇਕਰ ਆਪਾਂ ਆਪਣਾ ਸੰਗ ਹੀ ਝੂਠ ਹੈ ਤੇ ਫਿਰ ਤੇ ਅਗਲੇ ਬੰਨੇ ਵੀ ਸਾਨੂੰ ਝੂਠ ਹੀ ਮਿਲਣਾ ਹੈ। ਹੁਣ ਜੇਕਰ ਅਸੀਂ ਸੰਗ ਜਿਹੜਾ ਸੱਚ ਦਾ ਕਰਦੇ ਆ ਤੇ ਨੈਚੁਰਲੀ ਉਹਦਾ ਜਿਹੜਾ ਫਲ ਆ ਉਹ ਵੀ ਸਾਨੂੰ ਸੱਚ ਹੀ ਮਿਲਣਾ। ਸੋ ਜੀਵਨ ਤੇ ਸਾਡਾ ਹੈ, ਅਸੀਂ ਹਮੇਸ਼ਾ ਸੱਚ ਦਾ ਹੀ ਸੰਗ ਕਰਨਾ ਹੈ ਔਰ ਸੱਚ ਦਾ ਸੰਗ ਕੀਤਿਆਂ ਹੀ ਸਾਡਾ ਜੀਵਨ ਦੇ ਵਿੱਚ ਸਫਲ ਹੈ। ਜਦੋਂ ਅਸੀਂ ਸੱਚ ਨੂੰ ਛੱਡ ਕੇ ਝੂਠ ਦਾ ਸੰਗ ਕਰਦੇ ਹਾਂ, ਉਹਦੇ ਨਾਲ ਕੀ ਹੁੰਦਾ ਕਿ ਸਾਡਾ ਜਿਹੜਾ ਜੀਵਨ ਹੈ ਨਾ, ਉਹਦੇ ਵਿੱਚ ਧਰਮ ਜਿਹੜਾ ਹੈ ਲੋਹ ਤੇ ਚੱਲ ਜਾਂਦਾ ਹੈ, ਥੱਲੇ ਆ ਜਾਂਦਾ ਹੈ। ਤੇ ਜਦੋਂ ਅਸੀਂ ਸੱਚ ਦਾ ਸੰਗ ਕਰਦੇ ਹਾਂ ਫਿਰ ਸਾਡੇ ਜੀਵਨ 'ਚ ਜਿਹੜਾ ਧਰਮ ਆ ਉੱਪਰ ਆ ਜਾਂਦਾ ਹੈ। ਤੇ ਔਰ ਜਦੋਂ ਅਸੀਂ ਸੱਚ ਦਾ ਸੰਗ ਕਰੀ ਜਾਂਦੇ ਹਾਂ ਫਿਰ ਇਹ ਆਟੋਮੈਟਿਕਲੀ ਭਵ ਸਾਗਰ ਤੋਂ ਆਪਣੇ ਆਪ ਹੀ ਆਪਾਂ ਪਾਰ ਲੰਘ ਜਾਣ। ਹੋਰ ਕੁਝ ਕਰਨ ਦੀ ਲੋੜ ਨਹੀਂ। ਤੁਸੀਂ ਸੱਚ ਦਾ ਸੰਗ ਕਰਨਾ ਹੈ, ਝੂਠ ਦਾ ਤਿਆਗ ਕਰਨਾ ਹੈ ਤੇ ਆਟੋਮੈਟਿਕਲੀ ਤੁਹਾਡੇ ਜੀਵਨ 'ਚ ਸਭ ਕੁਝ ਸਹੀ ਹੋ ਜਾਣਾ। ਤੇ ਜਦੋਂ ਆਪਾਂ ਇਹ ਗੱਲ ਸਮਝ ਲੈਂਦੇ ਹਾਂ ਕਿ ਸੱਚ ਦਾ ਸੰਗ ਕੀਤਾ ਹੀ ਜੀਵਨ ਦੇ ਵਿੱਚ ਉਚਾਈ ਲਿਆਉਂਦਾ ਹੈ, ਕੇਵਲ ਇੱਕੋ ਹੀ ਮਾਰਗ ਆ, ਹੋਰ ਕੋਈ ਮਾਰਗ ਨਹੀਂ ਹੈਗਾ। ਬਾਣੀ ਏਦਾਂ ਨਹੀਂ ਕਹਿ ਰਹੀ ਕਿ ਤੂੰ ਸਾਰਾ ਦਿਨ ਠੱਗੀਆਂ ਮਾਰ ਤੇ ਸ਼ਾਮੀ 2-4 ਘੰਟੇ ਪਾਠ ਕਰ ਲਾ, ਪੂਜਾ ਕਰ ਲਾ ਤੇ ਤੂੰ ਮੁਕਤ ਹੋ ਜਾਏਗਾ। ਬਾਣੀ ਏਦਾਂ ਨਹੀਂ ਕਹਿੰਦੀ। ਬਾਣੀ ਕਹਿੰਦੀ ਹੈ ਕਿ 24 ਘੰਟੇ ਤੇਰਾ ਜੀਵਨ ਸੀ, ਤੂੰ ਕਿੱਦਾਂ ਦਾ ਜੀਵਨ ਬਤੀਤ ਕੀਤਾ ਹੈ। ਤੇ ਆਖਰ ਤੇ ਜਿਹੜੇ ਕਰਮ ਤੇ ਕਿਰਤ, ਇਹ ਦੋਨੋਂ ਮੈਟਰ ਕਰਦੇ ਆ। ਤੁਸੀਂ ਕਿੱਦਾਂ ਦੀ ਕਿਰਤ ਕਰਦੇ ਜੋ ਤੇ ਜਾਂ ਤੁਸੀਂ ਕਿੱਦਾਂ ਦੇ ਕਰਮ ਕਰਦੇ ਜੋ, ਤੇ ਇਹੋ ਸਵੀਕਾਰ ਹੈ। ਤੇ ਆਪਾਂ ਸੱਚ ਦਾ ਸੰਗ ਕਰੀਏ। ਅੱਜ ਦੀ ਬਾਣੀ ਵਿੱਚ ਇਹੋ ਵਿਚਾਰ ਹੋਈ ਹੈ ਕਿ ਸੰਗਤ ਮਿਲੇ ਤੇ ਸਮਝ ਲਓ ਕਿ ਉਹਦੀ ਮਿਹਰਬਾਨੀ ਹੈ, ਉਹਦੀ ਕਿਰਪਾ ਹੈ, ਉਹਦੀ ਰਹਿਮਤ ਹੈ, ਕਿਉਂਕਿ ਉਹਦੀ ਰਹਿਮਤ ਤੋਂ ਬਿਨਾਂ ਸੰਗਤ ਨਹੀਂ ਮਿਲਦੀ। ਠੀਕ ਹੈ ਨਿੱਜਰ ਸਾਹਿਬ? ਬਿਲਕੁਲ, ਬਹੁਤ ਵਧੀਆ ਗੋਰਗੀ ਸਾਹਿਬ। ਔਰ ਇੱਕ ਚੀਜ਼ ਮੈਂ ਨਾ ਹੋਰ ਕਹਿਣਾ ਚਾਹੁੰਦਾ ਹੈ ਕਿ ਆ ਜਿਹੜੀ ਹੈ ਨਾ, ਹੁਣ ਤੁਹਾਡੀ ਆਵਾਜ਼ ਜਿਹੜੀ ਹੈ ਨਾ ਇੰਨੀ ਵਧੀਆ ਆ ਰਹੀ ਹੈ ਨਾ, ਤੇ ਕਦੀ ਵੀ ਇੰਨੀ ਵਧੀਆ ਆਵਾਜ਼ ਨਹੀਂ ਆਈ। ਬਸ ਤੁਸੀਂ ਉਹ ਮਾਈਕ ਨਾ ਲਗਾਇਆ ਕਰੋ ਪਲੀਜ਼, ਡਾਇਰੈਕਟਲੀ ਬੋਲੋ, ਬਿਲਕੁਲ ਕਿਤੇ ਨਹੀਂ ਕੱਟ ਰਹੀ ਔਰ ਇੱਕ ਅੱਖਰ ਸਮਝ ਆ ਰਿਹਾ। ਠੀਕ ਹੈ ਜੀ, ਅੱਜ ਤੋਂ ਬਾਅਦ ਆਪਾਂ ਡਾਇਰੈਕਟਲੀ ਫੋਨ ਤੇ ਹੀ ਗੱਲ ਕਰਿਆ ਕਰਾਂਗੇ। ਹਾਂ ਬਸ। ਔਰ ਮੈਂ ਨਾ ਆਪਣੇ ਵੀਰਵਾਰ ਨੂੰ ਤੁਹਾਡੇ ਦਰਸ਼ਨ ਕਰੂੰਗਾ। ਬੀਬੀ ਵੀ ਕਰੂਗੀ। ਛੇਤੀ ਆ ਜਾਓ, ਮੇਰਾ ਪਤਾ ਨਹੀਂ ਮੈਂ ਕਦੋਂ ਨਿਕਲ ਜਾਣਾ। ਨਹੀਂ, ਵੀਰਵਾਰ ਨੂੰ ਆ ਰਹੇ ਜੀ। ਠੀਕ ਹੈ। ਇਹ ਗੁਰਬਾਣੀ ਵਿਚਾਰ ਜਿਹੜੀ ਹੈ ਨਾ, ਉਹ ਤੁਹਾਡੇ ਘਰ ਹੀ ਕਰਾਂਗੇ ਅਸੀਂ 8 ਵਜੇ ਵਾਲੀ। ਹਾਂ, ਮੈਂ ਕਿਹਾ ਤੁਸੀਂ ਸਟੇ ਕਰੋ ਸਾਡੇ ਕੋਲ। ਨਹੀਂ, ਕੋਈ ਗੱਲ ਨਹੀਂ ਜੀ। ਓਕੇ ਓਕੇ ਜੀ। ਵੀਰ ਜੀ ਵਾਹਿਗੁਰੂ ਖਾਲਸਾ ਫਤਿਹ ਜੀ। ਅਰਦਾਸ ਕਰ ਦਿਓ ਜੀ। ਹਾਂਜੀ, ਕਿਸ ਲਈ ਕਰਨੀ ਹੈ ਅਰਦਾਸ? ਮੇਰੀ ਹਾਸੂ ਮਾਤਾ ਦਾ ਪ੍ਰੇਸ਼ਨ ਬਣਾਈ ਕਰ। ਠੀਕ ਹੈ ਜੀ, ਠੀਕ ਹੈ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਮੇਰੇ ਪਿਤਾ ਗਰੀਬ ਨਵਾਜ਼, ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਅਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ ਮੇਰੇ ਮਾਲਿਕ। ਆਈ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਸਮਤ ਬਖਸ਼ਣੀ, ਵਿਵੇਕ ਬੁੱਧੀ ਬਖਸ਼ਣੀ, ਘਰਾਂ ਵਿੱਚ ਸ਼ਾਂਤੀ ਬਖਸ਼ਣੀ, ਦੇਨ ਰੋਗਤਾ ਬਖਸ਼ਣੀ ਮੇਰੇ ਮਾਲਿਕ। ਮੇਰੇ ਪਿਤਾ ਇੱਕ ਅਰਦਾਸ ਹੈ
ਇੱਕ ਸਾਧਕ ਆਪਣੇ ਮਾਤਾ ਦੀ ਅਰਦਾਸ ਕਰਾ ਰਹੇ ਨੇ। ਉਹ ਕਹਿੰਦੇ ਇਹਨਾਂ ਨੂੰ ਤੰਦਰੁਸਤੀ ਬਖਸ਼ੋ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਪਿਤਾ ਜੀ ਇੱਕ ਹੋਰ ਅਰਦਾਸ ਨੇ, ਇੱਕ ਬਾਹਰਲੇ ਨੇ, ਉਹ ਆਪਣੇ ਜਵਾਈ ਲਈ ਅਰਦਾਸ ਕਰਾਉਣਾ ਚਾਹੁੰਦੇ ਨੇ। ਉਹਨਾਂ ਨੂੰ ਆਪ ਸਮਤ ਬਖਸ਼ੋ, ਹਿੰਮਤ ਬਖਸ਼ੋ, ਹੌਸਲਾ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਸੰਗਤ ਜੀ ਤੁਸੀਂ ਹੁਣ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।